ਹਾਲੇਲੂਇਆ। ਖੁਦਾਵੰਦ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ ਤੁਹਾਨੂੰ ਸਭਨਾਂ ਨੂੰ ਸ਼ਾਂਤੀ ਮਿਲੇ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਵੇ ਅੱਜ ਦੇ ਇਸ ਮੁਬਾਰਕ ਦਿਨ ਔਰ ਸਮੇਂ ਦੇ ਲਈ। ਖੁਦਾਵੰਦ ਦੀ ਵੱਡੀ ਕਿਰਪਾ ਦੇ ਨਾਲ ਇਹ ਜਿਹੜਾ ਸਮਾਂ ਆ ਤੁਹਾਡੀ ਮੇਰੀ ਜ਼ਿੰਦਗੀ ਦੇ ਵਿੱਚ ਬਖਸ਼ਿਆ ਗਿਆ ਆ। ਖੁਦਾਵੰਦ ਨੇ ਸਾਨੂੰ ਜ਼ਿੰਦਾ ਰੱਖਿਆ, ਤੰਦਰੁਸਤ ਰੱਖਿਆ ਆ, ਔਰ ਸਭ ਤੋਂ ਵੱਡੀ ਗੱਲ ਆ ਸੰਭਾਲ ਕੇ ਰੱਖਿਆ ਆ। ਸਮਾਂ ਪਹੁੰਚਿਆ ਆ ਖੁਦਾਵੰਦ ਦੇ ਪਵਿੱਤਰ ਕਲਾਮ ਨੂੰ ਸੁਣਨ ਦਾ। ਔਰ ਮੇਰੀ ਪ੍ਰਾਰਥਨਾ ਆ ਖੁਦਾਵੰਦ ਦੇ ਅੱਗੇ ਔਰ ਨਿਵੇਦਨ ਆ ਤੁਹਾਡੇ ਅੱਗੇ ਕਿ ਆਪਣੇ ਜਿਹੜੇ ਅੱਖਾਂ ਨੂੰ ਬੰਦ ਕਰੀਏ ਤਾਂ ਜੋ ਅਸੀਂ ਪ੍ਰਾਰਥਨਾ ਦੀ ਹਾਲਤ ਦੇ ਵਿੱਚ ਜਦੋਂ ਜਾਂਦੇ ਹਾਂ ਖੁਦਾਵੰਦ ਦਾ ਪਵਿੱਤਰ ਆਤਮਾ ਸਾਡੀ ਅਗਵਾਈ ਕਰੇ ਵਚਨ ਨੂੰ ਸੁਣਨ ਦੇ ਵਿੱਚ। ਉਹ ਸੁਣਨ ਵਾਲੇ ਕੰਨ ਦੇਵੇ, ਜਮਾ ਕਰਨ ਵਾਲਾ ਹਿਰਦੇ ਦੇਵੇ, ਜਿਹੜਾ ਸਾਡਾ ਧਿਆਨ ਆ ਪ੍ਰੋਪਰ ਵਚਨ ਦੇ ਉੱਪਰ ਲੱਗੇ ਤਾਂ ਜੋ ਅਸੀਂ ਆਸ਼ੀਸ਼ ਨੂੰ ਪ੍ਰਾਪਤ ਕਰੀਏ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ, ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਇਸ ਬੜੇ ਹੀ ਆਦਰਯੋਗ ਸਮੇਂ ਦੇ ਲਈ ਜੋ ਸਾਡੀ ਜ਼ਿੰਦਗੀ 'ਚ ਬਖਸ਼ਿਆ। ਧੰਨਵਾਦ ਅਦਾ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ, ਵੱਡੀ ਦਇਆ ਦੇ ਲਈ, ਵੱਡੀ ਕਿਰਪਾ ਦੇ ਲਈ, ਵੱਡੇ ਅਨੁਗ੍ਰਹਿ ਦੇ ਲਈ ਮੇਰੇ ਪ੍ਰਭੂ। ਤੁਹਾਡੇ ਪਿਆਰ ਦੇ ਸਦਕਾ ਅੱਜ ਅਸੀਂ ਜ਼ਿੰਦਾ ਆ ਧਰਤੀ ਦੇ ਉੱਪਰ ਤੰਦਰੁਸਤੀਆਂ ਔਰ ਸੰਭਾਲੇ ਗਏ ਹਾਂ, ਬਚਾਏ ਗਏ ਹਾਂ। ਖੁਦਾਵੰਦ ਤੁਹਾਡੇ ਅਨੁਗ੍ਰਹਿ ਦੇ ਹੇਠ ਹਾਂ ਮੇਰੇ ਪ੍ਰਭੂ ਜੀ। ਸਾਡੀ ਪ੍ਰਾਰਥਨਾ ਆ ਸੁਣਨ ਵਾਲੀਆਂ ਜ਼ਿੰਦਗੀਆਂ ਨਿਹਾਲ ਹੋਣ ਮੇਰੇ ਪ੍ਰਭੂ। ਵੱਡੀ ਬਰਕਤ ਮਿਲੇ, ਵੱਡੀ ਆਸ਼ੀਸ਼ ਮਿਲੇ ਔਰ तमाम ਜ਼ਰੂਰਤਾਂ ਦੀ ਪੂਰਤੀ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ। ਪ੍ਰਾਰਥਨਾ ਹੈ ਕਿ ਤੁਹਾਡਾ ਪਵਿੱਤਰ ਆਤਮਾ ਤੁਹਾਡੇ ਬੰਦੇ ਦੀ ਹੁਣ ਅਗਵਾਈ ਕਰੇ ਬੋਲਣ ਦੇ ਵਿੱਚ ਔਰ ਤੁਹਾਡੇ ਲੋਕਾਂ ਦੀ ਸੁਣਨ ਸਮਝਣ ਦੇ ਵਿੱਚ ਔਰ ਸਾਡੇ ਸਾਰਿਆਂ ਦੀ ਅਮਲ ਕਰਨ ਦੇ ਵਿੱਚ ਮਦਦ ਔਰ ਸਹਾਇਤਾ ਕਰੇ ਖੁਦਾਵੰਦ। ਪਵਿੱਤਰ ਬਾਈਬਲ ਦੇ ਇੰਦੇ ਕਹਿੰਦਾ ਕਿ ਪਵਿੱਤਰ ਆਤਮਾ ਜਿਹੜਾ ਸਾਡਾ ਮਦਦਗਾਰ ਆ ਉਹ ਸਾਨੂੰ ਸਿਖਾਉਂਦਾ ਆ ਮੇਰੇ ਪ੍ਰਭੂ, ਸਾਨੂੰ ਗਾਈਡ ਕਰਦਾ ਆ ਪ੍ਰਭੂ, ਸਾਨੂੰ ਹੁਸੈਨ ਨਹੀਂ ਦਿੰਦਾ, ਹੁਸਨ ਨਹੀਂ ਦਿੰਦਾ ਮੇਰੇ ਪ੍ਰਭੂ, ਨਿਰਾਸ਼ ਨਹੀਂ ਹੋਣ ਦਿੰਦਾ ਖੁਦਾਵੰਦ, ਗਿਰਨ ਨਹੀਂ ਦਿੰਦਾ, ਕਮਜ਼ੋਰ ਨਹੀਂ ਹੋਣ ਦਿੰਦਾ ਪ੍ਰਭੂ। ਹੱਥ ਫੜ ਲੈਂਦਾ ਆ ਮੇਰੇ ਪ੍ਰਭੂ ਔਰ ਸਾਨੂੰ ਮਜ਼ਬੂਤ ਕਰਦਾ, ਫਿਰ ਤੋਂ ਖੜਿਆ ਕਰਦਾ, ਸਟਰੋਂਗ ਕਰਦਾ ਆ ਮੇਰੇ ਪ੍ਰਭੂ ਔਰ ਤੁਹਾਡੀ ਮਹਿਮਾ ਦੇ ਲਈ ਸਾਡੇ ਕੋਲ ਕਾਰਜ ਲੈਂਦਾ ਆ ਮੇਰੇ ਪਰਮੇਸ਼ਵਰ। ਧੰਨਵਾਦ ਕਰਦੇ ਹਾਂ ਮਦਦਗਾਰ ਦੇ ਲਈ ਮੇਰੇ ਪ੍ਰਭੂ। ਮੇਰੀ ਪ੍ਰਾਰਥਨਾ ਆ ਖੁਦਾਵੰਦ ਕਿ ਜੋ ਅਗਰ ਬਿਮਾਰ ਬੰਦਾ ਖੁਦਾਵੰਦ ਤੁਹਾਡੇ ਅੱਜ ਇਸ ਮੀਟਿੰਗ ਨੂੰ ਸੁਣਦਾ, ਕਲਾਮ ਨੂੰ ਸੁਣਦਾ ਪ੍ਰਭੂ, ਉਹ ਸੁਣਦਾ ਸੁਣਦਾ ਹੀ ਚੰਗਾ ਹੋ ਜਾਵੇ, ਨਰੋਇਆ ਹੋ ਜਾਵੇ ਮੇਰੇ ਪਰਮੇਸ਼ਵਰ। ਤੁਹਾਡਾ ਵਚਨ ਜੀਵਿਤ ਔਰ ਮੁਰਦਿਆਂ ਨੂੰ ਜ਼ਿੰਦਾ ਕਰ ਦਿੰਦਾ ਆ, ਜੋ ਆਤਮਕ ਤੌਰ ਤੇ ਮੁਰਦੇ ਨੇ ਮੇਰੇ ਪ੍ਰਭੂ, ਜੋ ਧਿਆਨ ਦੇ ਨਾਲ ਕਲਾਮ ਨੂੰ ਸੁਣਦੇ ਨੇ ਉਹ ਆਪਣੀ ਬਰਕਤ ਨੂੰ ਪ੍ਰਾਪਤ ਕਰਦੇ, ਉਹ ਆਪਣੀ ਚੰਗਾਈ ਨੂੰ ਪ੍ਰਾਪਤ ਕਰਦੇ ਆ ਮੇਰੇ ਪ੍ਰਭੂ ਜੀ। ਵੱਡੀ ਕਿਰਪਾ ਦੀ ਮੰਗ ਕਰਦੇ ਹਾਂ, ਸ਼ੁਕਰ ਗੁਜ਼ਾਰ ਹਾਂ ਖੁਦਾਵੰਦ। ਹੁਣ ਮੇਰੀ ਪ੍ਰਾਰਥਨਾ ਆ ਪ੍ਰਭੂ ਕਿ ਅੱਜ ਤੁਹਾਡਾ ਹੁਣ ਪਵਿੱਤਰ ਆਤਮਾ ਸਾਡੇ ਸਾਰਿਆਂ ਦੀ ਮਦਦ ਕਰੇ ਮੇਰੇ ਪ੍ਰਭੂ। ਮੇਰੀ ਜ਼ੁਬਾਨ ਦਾ ਜ਼ੁਮਾ ਲਵੋ ਖੁਦਾਵੰਦ, ਆਪਣੇ ਲੋਕਾਂ ਦੇ ਖੁਦਾਵੰਦ ਕੰਨਾਂ ਨੂੰ ਸ਼ੁੱਧ ਕਰ ਦਿਓ, ਹਿਰਦਿਆਂ ਨੂੰ ਸ਼ੁੱਧ ਕਰ ਦਿਓ ਮੇਰੇ ਪ੍ਰਭੂ, ਤਾਂ ਜੋ ਕੰਨਾਂ ਦੇ ਰਾਹੀਂ ਕਲਾਮ ਨੂੰ ਸੁਣ ਕੇ ਅੱਛੀ ਰੀਤੀ ਦੇ ਨਾਲ ਔਰ ਆਪਣੇ ਦਿਲ ਦੇ ਵਿੱਚ ਜਮਾ ਕਰ ਲੈਣ ਖੁਦਾਵੰਦ। ਔਰ ਅੱਜ ਦਾ ਵਚਨ ਤੁਹਾਡੇ ਲੋਕਾਂ ਨੂੰ ਆਉਣ ਵਾਲੀ ਤਬਾਹੀ ਤੋਂ ਬਚਾਵੇ ਮੇਰੇ ਪ੍ਰਭੂ। ਵੱਡੀ ਕਿਰਪਾ ਦੀ ਮੰਗ ਕਰਦੇ ਹੋਏ ਪ੍ਰਾਰਥਨਾ ਨੂੰ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਗॉड ਬlesਸ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਅੱਜ ਖੁਦਾਵੰਦ ਦੇ ਪਵਿੱਤਰ ਕਲਾਮ ਦੇ ਵਿੱਚੋਂ ਅੱਜ ਅਸੀਂ ਕੁਝ ਗੱਲਾਂ ਸਾਂਝੀਆਂ ਕਰਨੀਆਂ ਆ ਤੁਹਾਡੇ ਨਾਲ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਬੜੀ ਪਿਆਸ ਦੇ ਨਾਲ ਬੈਠੇ ਹੋ ਖੁਦਾਵੰਦ ਦਾ ਕਲਾਮ ਸੁਣਨ ਦੇ ਲਈ। ਔਰ ਮੇਰਾ ਪਰਮੇਸ਼ਵਰ ਤੁਹਾਡੀ ਉਸ ਪਿਆਸ ਨੂੰ ਬੁਝਾਵੇ ਔਰ ਤੁਹਾਨੂੰ ਇੰਨਾ ਤ੍ਰਿਪਤ ਕਰੇ ਔਰ ਇੰਨੀ ਤੁਹਾਨੂੰ ਬਰਕਤ ਦੇਵੇ ਕਿ ਤੁਹਾਡੇ ਅੰਦਰ ਸਰੋਤਾ ਬਣ ਜਾਵੇ ਔਰ ਵਹਿਣਾ ਸ਼ੁਰੂ ਹੋ ਜਾਵੇ। ਤੁਸੀਂ ਰੱਜ ਕੇ ਬਲੈਸ ਕੀਤੇ ਜਾਓ ਅੱਜ ਯਿਸੂ ਮਸੀਹ ਦੇ ਨਾਮ ਦੇ ਵਿੱਚ। ਬੋਲੋ ਆਮੀਨ, ਹਾਲੇਲੂਇਆ। ਪਵਿੱਤਰ ਬਾਈਬਲ ਦੇ ਵਿੱਚ ਅਸੀਂ ਗੱਲਾਂ ਕੁਝ ਸਿੱਖਣੀਆਂ ਆ ਜਿਹੜੀਆਂ ਤੁਹਾਡੇ ਮੇਰੇ ਲਈ ਤਰੱਕੀ ਦਾ ਕਾਰਨ ਆ। ਖੁਦਾਵੰਦ ਨੇ ਇਨਸਾਨ ਨੂੰ ਬਣਾਇਆ, ਧਰਤੀ ਨੂੰ ਬਣਾਇਆ ਆ। ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਉਤਪਤ ਦਾ ਪੁਸਤਕ, ਉਹਦੇ ਵਿੱਚ ਇਹ ਤੁਹਾਨੂੰ ਪੜ੍ਹਨ ਨੂੰ ਮਿਲੇਗਾ, ਸੁਣਨ ਨੂੰ ਮਿਲੇਗਾ, ਦੇਖਣ ਨੂੰ ਮਿਲੇਗਾ ਕਿ ਯਹੋਵਾ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਇਆ, ਜਾਨਵਰ ਨੂੰ ਬਣਾਇਆ, ਪਕਸ਼ੀਆਂ ਨੂੰ ਬਣਾਇਆ, ਸਮੁੰਦਰ ਨੂੰ ਬਣਾਇਆ, ਆਕਾਸ਼ ਨੂੰ ਬਣਾਇਆ, ਤਾਰਿਆਂ ਨੂੰ, ਸੂਰਜ, ਚੰਦ ਨੂੰ, ਔਰ ਹਰ ਇੱਕ ਵਸਤੂ ਔਰ ਹਰ ਇੱਕ ਪ੍ਰਾਣੀ ਜਿਹੜਾ ਸਾਹ ਲੈਂਦਾ ਆ ਖੁਦਾਵੰਦ ਨੇ ਬਣਾਇਆ। ਪਰਮੇਸ਼ਵਰ ਨੂੰ ਚੰਗਾ ਲੱਗਾ ਜਦੋਂ ਉਹਨੇ ਇਨਸਾਨ ਨੂੰ ਬਣਾਇਆ, ਜਦੋਂ ਉਹਨੇ ਧਰਤੀ ਨੂੰ ਬਣਾਇਆ, ਸਾਗ ਪੱਤ, ਫਲ ਫੰਤੂ ਸਭ ਜੰਤੂ ਸਭ ਜਿਹੜੇ ਬਣਾਏ ਆ, ਬਣਾਉਣ ਤੋਂ ਬਾਅਦ ਖੁਦਾਵੰਦ ਨੂੰ ਅੱਛਾ ਲੱਗਾ। ਬਾਈਬਲ ਏਦਾਂ ਕਹਿੰਦਾ ਆ। ਤੋ ਔਰ ਉਸ ਤੋਂ ਬਾਅਦ ਪਰਮੇਸ਼ਵਰ ਦੀ ਇਹ ਪਲੈਨਿੰਗ ਸੀਗੀ, ਪਰਮੇਸ਼ਵਰ ਦੀ ਇਹ ਯੋਜਨਾ ਸੀਗੀ, ਜਦੋਂ ਇਸਤਰੀ ਨੂੰ ਬਣਾਇਆ, ਪੁਰਸ਼ ਨੂੰ ਬਣਾਇਆ ਔਰ ਹਰ ਇੱਕ ਚੀਜ਼ ਨੂੰ ਬਣਾਇਆ ਔਰ ਉਹਨਾਂ ਨੂੰ ਬਰਕਤ ਦਿੱਤੀ ਕਿ ਤੁਸੀਂ ਫਲੋ ਔਰ ਵਧੋ। ਅਗਰ ਬਾਈਬਲ ਨੂੰ ਅਸੀਂ ਧਿਆਨ ਦੇ ਨਾਲ ਪੜਾਂਗੇ ਨਾ, ਵਧੋ ਤੇ ਫਲੋ ਨਹੀਂ ਲਿਖਿਆ, ਫਲੋ ਤੇ ਵਧੋ ਲਿਖਿਆ। ਇਸ ਰੀਤੀ ਦੇ ਨਾਲ ਬਾਈਬਲ ਦੇ ਵਿੱਚ ਇਹ ਸ਼ਬਦ ਤੁਹਾਨੂੰ ਸਿੱਖਣ ਨੂੰ ਮਿਲੇਗਾ ਔਰ ਉਹਦੇ ਵਿੱਚ ਸਾਨੂੰ ਡੀਪ ਜਾਣ ਦੀ ਜ਼ਰੂਰਤ ਹੈ। ਜਦੋਂ ਅਸੀਂ ਡੀਪ ਜਾਵਾਂਗੇ ਤਾਂ ਸਾਨੂੰ ਸਿੱਖਣ ਨੂੰ ਮਿਲੇਗਾ। ਹਾਲੇਲੂਇਆ। ਔਰ ਖੁਦਾਵੰਦ ਨੂੰ ਪਛਤਾਵਾ ਵੀ ਹੋਇਆ ਇੱਕ ਥਾਂ ਦੇ ਉੱਪਰ, ਜਦੋਂ ਖੁਦਾਵੰਦ ਨੇ ਕਨਸੈਪਟ ਤੋਂ ਬਾਹਰ ਹੋ ਗਿਆ। ਸਭ ਇਨਸਾਨ ਸਾਰੇ ਪ੍ਰਾਣੀਆਂ ਨਾਲੋਂ ਉੱਤਮ ਹੈ
ਔਰ ਜਦੋਂ ਇਨਸਾਨ ਹੀ ਖੁਦਾਵੰਦ ਦੇ ਕਨਸੈਪਟ ਤੋਂ ਬਾਹਰ ਹੋ ਗਿਆ ਤੇ ਖੁਦਾਵੰਦ ਨੂੰ ਪਛਤਾਉਣਾ ਪਿਆ। ਬਾਈਬਲ ਕਹਿੰਦਾ ਪਰਮੇਸ਼ਵਰ ਨੂੰ ਰੰਜ ਹੋਇਆ ਇਨਸਾਨ ਦੇ ਬਣਾਉਣ ਦੇ ਉੱਪਰ, ਸਭ ਕੁਝ ਬਣਾਉਣ ਦੇ ਉੱਪਰ ਪਰਮੇਸ਼ਵਰ ਨੂੰ ਰੰਜ ਹੋਇਆ। ਔਰ ਉਸ ਸਮੇਂ ਦੇ ਦੌਰਾਨ ਇੱਕੋ ਹੀ ਬੰਦਾ ਸੀਗਾ ਜਿਹੜਾ ਧਰਮੀ ਸੀਗਾ, ਜਿਹਦਾ ਨਾਮ ਨੂਹ ਸੀਗਾ। ਔਰ ਪਰਮੇਸ਼ਵਰ ਨੇ ਉਹਦੇ ਉੱਪਰ ਦਇਆ ਕੀਤੀ, ਉਹਦੇ ਪਰਿਵਾਰ ਦੇ ਉੱਪਰ ਦਇਆ ਕੀਤੀ, ਉਹਦੇ ਨਾਲ ਗੱਲ ਕੀਤੀ ਉਹਨੂੰ ਬਚਾਉਣ ਦੇ ਲਈ। ਔਰ ਬਾਕੀ ਸਾਰੀ ਸ੍ਰਿਸ਼ਟੀ ਨੂੰ ਉਹਨੇ ਨਾਸ਼ ਕਰ ਦਿੱਤਾ। ਹਰ ਇੱਕ ਪੁਰਾਣੀ ਜਿਹੜਾ ਸਾਹ ਲੈਂਦਾ ਸੀਗਾ, ਖੁਦਾਬੰਦ ਨੇ ਉਹਨੂੰ ਖਤਮ ਕਰ ਦਿੱਤਾ। ਆਪਣਾ ਕਰੋਧ ਉਹਨਾਂ ਦੇ ਉੱਪਰ ਜ਼ਾਹਿਰ ਕੀਤਾ ਔਰ ਉਹਨਾਂ ਦੀ ਕਰਨੀਆਂ ਦਾ ਫਲ ਉਹਨਾਂ ਨੂੰ ਦਿੱਤਾ। ਹਾਲੇਲੂਇਆ। ਪਵਿੱਤਰ ਬਾਈਬਲ 'ਚ ਏਦਾਂ ਲਿਖਿਆ ਕਿ ਮਨੁੱਖ ਦੀ ਹੁਣ ਦਿਨ ਭਰ ਸੋਚ ਜਿਹੜੀ ਹੈ ਗੰਦੀ ਰਹਿੰਦੀ ਹੈ, ਨੈਗੇਟਿਵ ਰਹਿੰਦੀ ਹੈ, ਬੁਰੀ ਰਹਿੰਦੀ ਹੈ, ਅਭਿਲਾਸ਼ਾਵਾਂ ਦੇ ਨਾਲ ਭਰੀ ਰਹਿੰਦੀ ਹੈ। ਔਰ ਉਸ ਤੋਂ ਬਾਅਦ ਖੁਦਾਵੰਦ ਨੇ ਡਿਸੀਜਨ ਲਿਆ। ਪਹਿਲਾਂ ਖੁਦਾਵੰਦ ਨੇ ਇਨਸਾਨ ਨੂੰ ਬਣਾਇਆ ਕਿ ਉਹ ਪਰਮੇਸ਼ਵਰ ਦੇ ਨਾਲ ਗੱਲਬਾਤ ਕਰੇ, ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਚੱਲੇ, ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰੇ, ਜਿੱਦਾਂ ਪਰਮੇਸ਼ਵਰ ਨੇ ਕਿਹਾ ਉਦਾਂ ਕਰੇ, ਜੋ ਪਰਮੇਸ਼ਵਰ ਨੇ ਖਾਣ ਨੂੰ ਕਿਹਾ ਉਹ ਖਾਵੇ, ਜਿੱਦਾਂ ਪਰਮੇਸ਼ਵਰ ਨੇ ਰਹਿਣ ਨੂੰ ਕਿਹਾ ਉਦਾਂ ਰਵੇ, ਔਰ ਜੋ ਪਰਮੇਸ਼ਵਰ ਨੇ ਉਹਨੂੰ ਜ਼ਿੰਮੇਵਾਰੀ ਲਾਈ ਹੈ ਉਹ ਆਪਣੀ ਜ਼ਿੰਮੇਵਾਰੀ ਦੇ ਉੱਪਰ ਖਰਾ ਉਤਰੇ। ਪਰ ਏਦਾਂ ਬਿਲਕੁਲ ਵੀ ਨਹੀਂ ਹੋਇਆ। ਸਮਾਂ ਪੈਂਦੇ ਬਹੁਤ ਬਦਲਾਵ ਆ ਗਿਆ ਇਨਸਾਨ ਦੇ ਵਿੱਚ, ਬਹੁਤ ਬਦਲਾਵ ਆ ਗਿਆ ਆਦਮ ਦੇ ਵਿੱਚ, ਬਹੁਤ ਬਦਲਾਵ ਆ ਗਿਆ ਹਵਾ ਦੇ ਵਿੱਚ। ਔਰ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਖੁਦਾਵੰਦ ਨੂੰ ਬਾਈਬਲ ਕਹਿੰਦਾ ਪਛਤਾਵਾ ਹੋਇਆ। ਪੰਜਾਬੀ ਦੀ ਬਾਈਬਲ 'ਚ ਲਿਖਿਆ ਕਿ ਪਰਮੇਸ਼ਵਰ ਨੂੰ ਰੰਜ ਹੋਇਆ ਇਨਸਾਨ ਦੇ ਬਣਾਏ ਜਾਣ ਦੇ ਉੱਪਰ। ਔਰ ਫਿਰ ਪਰਮੇਸ਼ਵਰ ਨੇ ਡਿਸੀਜਨ ਲਿਆ ਕਿ ਮੈਂ ਨੂਹ ਨੂੰ ਔਰ ਦੀ ਫੈਮਿਲੀ ਨੂੰ ਬਚਾਵਾਂਗਾ, ਉਹਦੇ ਪੁੱਤਰ ਦੀਆਂ ਨੂੰਹਾਂ ਪੁੱਤਰਾਂ ਨੂੰ ਬਚਾਵਾਂਗਾ, ਉਹਦੀ ਪਤਨੀ ਨੂੰ ਬਚਾਵਾਂਗਾ, ਔਰ ਬਾਕੀ ਸਾਰਿਆਂ ਦਾ ਮੈਂ ਨਾਸ਼ ਕਰ ਦੇਵਾਂਗਾ ਜਲ ਪਰਲੋ ਦੇ ਨਾਲ, ਪਾਣੀ ਦੇ ਨਾਲ ਸਭਨਾਂ ਨੂੰ ਮੈਂ ਖਤਮ ਕਰ ਦੇਵਾਂਗਾ। ਔਰ ਫਿਰ ਨਵੇਂ ਸਿਰੇ ਤੋਂ ਦੁਬਾਰਾ ਤੋਂ ਇਸ ਸ੍ਰਿਸ਼ਟੀ ਨੂੰ ਮੈਂ ਚਲਾਵਾਂਗਾ। ਹਾਲੇਲੂਇਆ। ਦੁਬਾਰਾ ਤੋਂ ਫਿਰ ਸ੍ਰਿਸ਼ਟੀ ਨੂੰ ਚਲਾਵਾਂਗਾ ਮੈਂ। ਔਰ ਉਦੋਂ ਪਰਮੇਸ਼ਵਰ ਨੇ ਇੱਕ ਜ਼ਿੰਮੇਵਾਰੀ ਇਨਸਾਨ ਨੂੰ ਦਿੱਤੀ ਸੀ। ਖੁਦਾਵੰਦ ਨੇ ਇੱਕ ਗੱਲ ਆਦਮ ਨੂੰ ਆਖੀ ਸੀਗੀ, ਹਵਾ ਨੂੰ ਆਖੀ ਸੀਗੀ ਕਿ ਫਲੋ ਤੇ ਵਧੋ ਔਰ ਧਰਤੀ ਨੂੰ ਭਰ ਦਿਓ ਔਰ ਹਰ ਇੱਕ ਚੀਜ਼ ਦੇ ਉੱਪਰ ਤੁਸੀਂ ਰਾਜ ਕਰਨਾ ਹੈ। ਹਾਲੇਲੂਇਆ। ਹਰ ਇੱਕ ਚੀਜ਼ ਦੇ ਉੱਪਰ ਤੁਸੀਂ ਰਾਜ ਕਰਨਾ ਹੈ, ਨਾ ਕਿ ਤੁਹਾਡੇ ਉੱਪਰ ਕੋਈ ਰਾਜ ਕਰੇ। ਹਾਲੇਲੂਇਆ। ਤੁਸੀਂ ਆਪਣੇ ਮੁਤਾਬਿਕ ਹਰ ਇੱਕ ਚੀਜ਼ ਨੂੰ ਚਲਾਉਣਾ ਹੈ, ਨਾ ਕਿ ਹਰ ਇੱਕ ਚੀਜ਼ ਤੁਹਾਨੂੰ ਆਪਣੇ ਮੁਤਾਬਿਕ ਚਲਾਵੇ। ਹਾਲੇਲੂਇਆ। ਤੁਸੀਂ ਗੁਲਾਮ ਬਣਾਉਣਾ ਹੈ ਹਰ ਇੱਕ ਸਮੇਂ ਨੂੰ, ਹਰ ਇੱਕ ਵਸਤੂ ਨੂੰ, ਹਰ ਇੱਕ ਚੀਜ਼ ਨੂੰ, ਨਾ ਕਿ ਤੁਸੀਂ ਗੁਲਾਮ ਬਣਨਾ ਹੈ। ਪਰਮੇਸ਼ਵਰ ਨੇ ਇਹ ਆਗਿਆ ਦਿੱਤੀ ਸੀਗੀ ਆਦਮ ਔਰ ਹਵਾ ਨੂੰ। ਔਰ ਉਸ ਤੋਂ ਬਾਅਦ ਕੀ ਹੋਇਆ? ਜਦੋਂ ਇਨਸਾਨ ਗੁਲਾਮ ਬਣ ਗਿਆ, ਜਦੋਂ ਸ਼ੈਤਾਨ ਦੀ ਚਾਲ ਦੇ ਵਿੱਚ ਆ ਗਿਆ, ਬਾਈਬਲ ਕਹਿੰਦਾ ਪਾਪ ਸਹਿਜ ਨਾਲ ਫਸਾ ਲੈਂਦਾ। ਜਦੋਂ ਹਵਾ ਨੂੰ ਫਸਾਇਆ, ਫਿਰ ਆਦਮ ਨੂੰ ਫਸਾ ਲਿਆ ਪਿਆਰ ਦੇ ਨਾਲ, ਉਹ ਫਸ ਗਏ। ਉਹਨਾਂ ਨੇ ਰਾਜ ਕਰਨ ਦੀ ਬਜਾਏ ਉਹਨਾਂ ਦੇ ਉੱਪਰ ਕੋਈ ਰਾਜ ਕਰਨ ਲੱਗ ਗਿਆ। ਇਵਲ ਸਪਿਰਿਟ ਸ਼ੈਤਾਨ ਨੇ ਜਦੋਂ ਉਹਨਾਂ ਦੇ ਉੱਪਰ ਰਾਜ ਕੀਤਾ ਔਰ ਉਹਨਾਂ ਦੇ ਕੋਲੋਂ ਪਰਮੇਸ਼ਵਰ ਦੇ ਵਚਨ ਦੀ ਉਲੰਘਣਾ ਹੋਈ, ਔਰ ਫਿਰ ਬਾਈਬਲ ਕਹਿੰਦਾ ਪਰਮੇਸ਼ਵਰ ਨੂੰ ਰੰਜ ਹੋਇਆ ਇਨਸਾਨ ਦੇ ਬਣਾਏ ਜਾਣ ਦੇ ਉੱਪਰ, ਕਿਉਂਕਿ ਪਰਮੇਸ਼ਵਰ ਦੇ ਕਨਸੈਪਟ ਦੇ ਵਿੱਚ ਇਹ ਚੀਜ਼ ਨਹੀਂ ਸੀਗੀ ਜੋ ਹੋ ਗਈ। ਪਰਮੇਸ਼ਵਰ ਦੀ ਸੋਚ ਦੇ ਵਿੱਚ ਏਦਾਂ ਨਹੀਂ ਸੀਗਾ ਕਿ ਆਦਮ ਏਦਾਂ ਕਰੇਗਾ ਜਾਂ ਹਵਾ ਏਦਾਂ ਕਰੇਗੀ। ਪਰਮੇਸ਼ਵਰ ਨੇ ਬਹੁਤ ਅੱਛੀ ਰੀਤੀ ਨਾਲ ਪਲਾਨ ਕੀਤਾ ਸੀਗਾ ਵੀ ਏਦਾਂ ਧਰਤੀ ਬਣਨੀ ਆ, ਏਦਾਂ ਜੀਵ ਜੰਤੂ ਬਣਨੇ ਆ, ਏਦਾਂ ਘਿਸਰਨ ਵਾਲੇ ਬਣਨੇ, ਏਦਾਂ ਉੱਡਣ ਵਾਲੇ ਬਣਨੇ, ਏਦਾਂ ਪਾਣੀ ਵਾਲੇ ਬਣਨੇ ਆ। ਬਹੁਤ ਅੱਛਾ ਕਨਸੈਪਟ ਸੀਗਾ ਪਰਮੇਸ਼ਵਰ ਦਾ। ਔਰ ਇੱਕ ਆਦਮ ਬਣੇਗਾ ਜਿਹੜਾ ਕਿ ਹਰ ਇੱਕ ਜੀਵ ਜੰਤੂ ਦੇ ਉੱਪਰ ਰਾਜ ਕਰੇਗਾ। ਧਰਤੀ ਦੇ ਉੱਪਰ ਜੋ ਕੁਝ ਹੈਗਾ, ਹਰ ਇੱਕ ਚੀਜ਼, ਹਰ ਇੱਕ ਵਸਤੂ, ਹਰ ਇੱਕ ਪ੍ਰਾਣੀ ਜੋ ਸਾਹ ਲੈਂਦਾ ਆ, ਉਹ ਇਨਸਾਨ ਦੇ ਵਸ ਦੇ ਵਿੱਚ ਹੋਏਗਾ। ਇਨਸਾਨ ਉਹਨਾਂ ਦੇ ਉੱਪਰ ਰਾਜ ਕਰੇਗਾ, ਹਕੂਮਤ ਕਰੇਗਾ। ਹਾਲੇਲੂਇਆ। ਇਹ ਸੀਗਾ ਪਰਮੇਸ਼ਵਰ ਦਾ ਕਨਸੈਪਟ। ਲੇਕਿਨ ਸ਼ੈਤਾਨ ਨੇ ਆਪਣੀ ਜਿਹੜੀ ਚਾਲ ਸੀ, ਖੱਚਰ ਵਿਦਿਆ ਨੂੰ ਉਹਨੇ ਯੂਜ਼ ਕੀਤਾ ਔਰ ਹਵਾ ਨੂੰ ਭਰਮਾ ਲਿਆ, ਔਰ ਹਵਾ ਦੇ ਦੁਆਰਾ ਆਦਮ ਭਰਮਾਇਆ ਗਿਆ। ਔਰ ਉਸ ਤੋਂ ਬਾਅਦ ਪਰਮੇਸ਼ਵਰ ਨੇ ਫਿਰ ਇਹ ਨਿਰਣੇ ਲਿਆ, ਕਹਿੰਦੇ ਹੁਣ ਆਦਮ ਦੀ ਜਿਹੜੀ ਸੋਚ ਆ, ਮਨੁੱਖ ਦੀ ਜਿਹੜੀ ਸੋਚ ਆ, ਇਹ ਦਿਨ ਭਰ ਬੁਰੀ ਆ, ਦਿਨ ਭਰ ਗਲਤ ਆ, ਦਿਨ ਭਰ ਗੰਦੀ ਆ। ਰਾਤ ਨੂੰ ਸੌਣ ਲੱਗੇ ਬਿਸਤਰ ਤੇ ਉਹ ਬੁਰਾ ਸੋਚਦਾ ਆ, ਬੁਰਾ ਇਮੇਜਿਨੇਸ਼ਨ ਕਰਦਾ ਆ। ਸਵੇਰ ਉੱਠ ਕੇ ਉਹ ਬੁਰਾ ਇਮੇਜਿਨੇਸ਼ਨ ਕਰਦਾ ਆ, ਬੁਰੀ ਨੀਤ ਰੱਖਦਾ ਆ, ਲਾਲਚ ਰੱਖਦਾ ਆ, ਈਰਖਾ ਰੱਖਦਾ ਆ ਔਰ ਮਰਡਰ ਕਰਦਾ ਆ। ਔਰ ਬਾਈਬਲ ਦੇ ਵਿੱਚ ਲਿਖਿਆ ਆ ਜਦੋਂ ਕਾਇਨ ਨੇ ਮਰਡਰ ਕਰ ਦਿੱਤਾ ਆਪਣੇ ਬ੍ਰਦਰ ਦਾ, ਔਰ ਉਸ ਤੋਂ ਬਾਅਦ ਪਰਮੇਸ਼ਰ ਨੇ ਦੇਖਿਆ ਕਿ ਇਨਸਾਨ ਹੁਣ ਕਨਸੈਪਟ ਤੋਂ ਬਾਹਰ ਹੋ ਗਿਆ ਹੈ ਕਿ ਜੋ ਮੈਂ ਸੋਚਿਆ ਸੀਗਾ। ਫਿਰ ਪਰਮੇਸ਼ਰ ਨੇ ਅੰਤ ਕੀਤਾ ਜਲ ਪਰਲੋ ਦੇ ਨਾਲ ਲੋਕਾਂ ਦਾ, ਜਿਹੜੇ ਪਾਪੀ ਸੀਗੇ, ਜਿਹੜੇ ਖਾਊ ਬਣ ਗਏ, ਜਿਹੜੇ ਖਾਣ ਪੀਣ ਦੇ ਯਾਰ ਬਣ ਗਏ, ਔਰ ਪਰਮੇਸ਼ਵਰ ਦੇ ਵਚਨ ਦੇ ਡਰ ਤੋਂ ਡਰ ਉਹਨਾਂ ਦੀ ਜ਼ਿੰਦਗੀਆਂ ਚੋਂ ਦੂਰ ਹੋ ਗਿਆ।
परमेश्वर का डर उन्होंने जिंदगियों तो दूर हो गया और फिर परमेश्वर ने डिसीजन लिया कि मैं धरती को खत्म कर देवांगा, जीव जंतु हर एक चीज को मैं खत्म कर देवांगा। परमेश्वर ने फिर डिसीजन लिया और उन्हें जो किया उन्हें इदा किया। हालेलुया। ऐदा फिर परमेश्वर ने किया। मैं बाइबल दे विच तुहानू पढ़ाउणा चाहुंदा हां तां जो तुहानू ठोस सबूत मिलन और उहदे विच तुहानू कुछ सीखण नूं मिलन। गहराई च जाना आपां अज वचन दे और कुछ ना कुछ सीखना है, कुछ ना कुछ गहराई चों लैके आउणा अपने लई तां जो असीं बरकत प्राप्त कर सकीए। बोलो आमीन। हालेलुया। आइए मेरे नाल ओपन करिए अपना अपना बाइबल, उत्पत्ति दा पुस्तक जिहड़ा मोसेस दे द्वारा लिखिया गया। मैं इन्ना जानदा हां कि बाइबल दी जिहड़ियां पुराने नियम दी पहलियां 5 किताबां आ ये मूसा दे द्वारा लिखिया गईयां। अगर तुहानू नहीं पता तो जान के खुशी होएगी। ये मूसा दे द्वारा लिखिया गईयां जिहड़ियां तुहाडे मेरे तक पहुंचियां आ। जदों असीं उत्पत्ति दा पुस्तक ओहदा 1 नंबर अध्याय और ओहदा 27 और 28 नंबर पंक्ति पढ़ते हैं, देखो परमेश्वर ने की अधिकार दिता तुहानू ते मैनू। परमेश्वर ने अधिकार दिता कि असीं ओहदा इस्तेमाल सही कीता। मैं ये तुहाडे नाल जिहड़ी गल आ सांझी करना चाहुंदा वचन दे द्वारा, वचन दे थ्रू, कि परमेश्वर ने सानू अधिकार दिता कि असीं ओहदा इस्तेमाल सही कीता कि नहीं कीता। सुनदे असीं वचन दे विचों पढ़दे हां उत्पत्ति दा पुस्तक ओहदा 1 नंबर अध्याय दा 27 और 28 नंबर पंक्ति लिखिया, सो परमेश्वर ने आदमी नू अपने स्वरूप दे उत्ते उत्पत्त कीता। परमेश्वर दे स्वरूप दे उत्ते ओनू उत्पत्त कीता आदम नू, और लिखिया नर नारी उसने उन्हां नू उत्पत्त कीता, दोनों नू बनाया। लिखिया परमेश्वर ने उन्हां नू आशीष दी और परमेश्वर ने उन्हां नू आख्या कि फलो और वधो और धरती नू भर दियो। गल गौर करने वाली है। पहला शब्द आया फलो, फल लेके आने, असी फलना आ, फलदायक होना आ, फिर साडा वाधा होना है। हालेलुया। तुहाडी आत्मक हद्दां दे विच, संसारिक हद्दां दे विच, संसारिक रुतबे दे विच तुहाडा बोलबाला होएगा कदों होएगा? जदों तुसीं पहला फलदायक होवोगे। बोलो हालेलुया। पवित्र आत्मा दे फल तुहाडी जिंदगी दे विच नजर आउणगे और उस दिन तो बाद याद रखना तुसीं वधना शुरू हो जाओगे। तुहाडीआं हद्दां दे विच वाधा हो जाना है। तुहाडा जिहड़ा आत्मिक लैवल है, आत्मिक दायरा आ, ਉਹਦੇ ਵਿੱਚ वाधा होना शुरू हो जाना है, उन्हें फैलना शुरू हो जाना है यीशु मसीह के नाम च। बोलो आमीन। हालेलुया। पहला वधो नहीं किया, पहला फलो गया, फलदायक होवो। पेड़ आ ਉਹਦੇ ਵਿੱਚ फल लगदे आ, फिर ही ਉਹਦੇ ਵਿੱਚ वाधा ਹੁੰਦਾ, बीज तैयार ਹੁੰਦੇ ਆ, फिर उस तो बाद ਉਹਦੀ ਹੋਰ ਦਾਖ लगदी है, जब बीज बोया ਜਾਂਦਾ फिर तो ਉਹਦਾ पेड़ निकलदा ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ। फल ਦੇ ਨਾਲ ਹੀ ਆ ਸਾਰਾ ਕੁਝ, बीज ਦੇ ਨਾਲ ਹੀ ਆ ਸਾਰਾ ਕੁਝ। हालेलुया। इसलिए बाइबल सानू भी कहता अगर असीं वधना चाहते हैं, अगर असीं अपने दायरे नूं वधाउणा चाहते हैं, अगर असीं आत्मक तौर ते, सरीरक तौर ते, संसारिक तौर ते एक रुतबे दे विच आना चाहते हैं कि असीं चाहते कि साडा बोलबाला होवे, ते फिर सानू पहला फलन दी जरूरत है, फलदायक होने की जरूरत है। बाइबल कहता है, असीं पढ़िया कहता फलो और वधो और धरती नूं भर दियो। हालेलुया। असीं जदों फलदायक हो जावांगे, फिर असीं वध जावांगे, तो फिर असीं अपने आप नूं भी भर सकांगे और दूसरियां नूं भी भर देवांगे। बोलो हालेलुया। जरूरत है सानू पहला फलन दी, फलदायक होने दी। पवित्र आत्मा दे फल तुहाडी मेरी जिंदगी च नजर आने चाहिए, और जिस दिन नजर आ गए, जिस दिन प्रैक्टिकल हो गए, उस दिन असीं वधना शुरू हो जावांगे, और जदों असीं वधना शुरू हो जावांगे उदों फिर असीं भरना भी शुरू हो जावांगे। बोलो आमीन। हालेलुया। कहता आदम ते औरत नूं खुदा ने बनाया और उन्हां नूं आशीष दित्ती। कहते फलो और वधो और धरती नूं भर दियो अते ओनू अपने वस दे विच करो। हालेलुया। बोलो आमीन। कहता ओनू अपने वस दे विच करो, धरती नूं भर दियो, फिर ओनू अपने वस दे विच करो। क्योंकि जो भी टेक्नोलॉजी तुसीं यूज करदे आ, ये इंसान दी बनाई हुई है। परमेश्वर ने समझ दी और इंसान ने बना दी। चाहे वो व्हीकल आ, चाहे वो मोबाइल डिवाइस या, चाहे वो इंटरनेट या, चाहे कंप्यूटर या, जो कुछ भी है, टीवी या, केबल आ, जो भी है नेटवर्क या, सब इंसान दे हाथां दा बनाया होया। इंसान नूं जो खुदावन ने समझ दी आ, ओहदा इस्तेमाल होके बनया। इहदे उपर इंसान नूं राज करन दे लई कहा खुदा ने, ना कि इहदा गुलाम होने दे लई कहा आ। हालेलुया। आज उठदे मोबाइल, सोंदे टाइम मोबाइल, फ्री टाइम मोबाइल, आज हर एक इंसान इसी चीज का गुलाम हो गया है।
लेकिन परमेश्वर ने तुहानू ते मैनू की आग्ञा दी आ कि धरती नू भर दिओ ते इहदे उपर राज करो, इहनू अपने वस दे विच कर लो, ना कि तुसी इहदे वस दे विच हो जाओ। अगर तुसी बाइबल नू ध्यान ना पढ़ो तुहानू समझ आएगी। मैं उम्मीद कर रहा तुहानू वचन समझ आ रहा है। कहता फलो वधो और धरती नू भर दिओ और इनू अपने वस दे विच कर लो। जो कुछ इहदे विच तैयार होएगा, जो कुछ इहदे विच बनेगा, तुसी ओहदे उपर राज करना है, तुसी ओनू अपने वस दे विच करना है। वो तुहाडी गुलामी दे विच होना चाहिए, ना कि तुसी ओहदी गुलामी दे विच हो। हालेलुया। और अगे लिखिया आया, कहते परमेश्वर ने आदम ते हवा नू आशीष दी और परमेश्वर ने उन्होंने आख्या फलो और वधो और धरती नू भर दिओ और ओनू अपने वस दे विच करो अते समुंदर दीयां मच्छियां उते और आकाश दे पक्षियां उते और धरती उपर घिसरन वाले जीआं उते राज करो। बोलो आमीन। हालेलुया। तुहानू ते मैनू राज करन दे लई कहा है खुदावन ने, धरती दे उपर जो कुछ भी हैगा, जानवरां पक्षियां दे उपर भी और बाकी चीज़ां दे उपर भी। उस समय जानवर पक्षी ही सीगे जिन्हां दे उपर सानू राज करन दे लई कहा आ। पर अज जो टेक्नोलॉजी आ, अज जो संसार दीयां जड़ियां वस्तुआं आ जड़ियां सानू आकर्षित करदियां आ अपने वाल नू, या चुंबक की तरह अपने वाल नू खिंचण दी कोशिश करदियां आ, शरीर दीयां अभिलाषावां, संसार दीयां अभिलाषावां, असी इन्हां नू अपने वस दे विच करना, ना कि इन्हां दे वस दे विच हो जाना आ। बट अज उल्टा हुंदा पिया आ, अज उल्टा हो रहा है। परमेश्वर ने सानू वस दे विच करन दे लई कहा, सानू राज करन दे लई कहा आ। पर प्रॉब्लम की आ, अज उलट हो गया है, जमाना बदल गया है और परमेश्वर दे वचन नू इंसान भुल के बह गया है। जिदा आदम भुल गया सीगा, हवा भुल गई सीगी कि देखो कि छोटी गल नहीं आ कि परमेश्वर खुद उन्हां दे नाल आके गल करदे सीगे। और उस दौरान की होया, उन्होंने जदों शैतान दी आवाज नू सुनिया, जदों शैतान ने भरमाया और वो भरमाए गए और उस तो बाद परमेश्वर दा जिहड़ा क्रोध उन्हां दे उपर आया, परमेश्वर दा जिहड़ा प्लान आ जिहड़ा ओ कैंसल हो गया, परमेश्वर दी जिहड़ी योजना सी कैंसल हो गई, परमेश्वर दा कंसेप्ट जो इंसान दे प्रति सीगा वो सब खत्म हो गया। और फिर परमेश्वर ने की डिसीजन लिया, मैं तुहानू भी बाइबल दे विच दसदा आ। पर बाइबल दे विच की लिखिया है जो असीं पढ़िया आ, तुहानू ते मैनू खुदा ने कहा फलो वधो धरती नू भर दिओ और ओदे विच जो कुछ वसदा है ओदे उपर राज करो, ओनू अपने वस दे विच कर लो। अज असीं किन्ना क वस दे विच कीता है इस समय नू, अज असीं किन्ना क अपणियां इंद्रियां नू अपने वस दे विच कीता, अपणियां सोचां नू अपने वस दे विच कीता, असीं किन्ना क अपनी जुबान नू अपने वस दे विच कीता, असीं किन्ना क अपणियां अखां नू अपने वस दे विच कीता कि ये चंगा ही देखे, जुबान चंगा ही बोले, कन चंगा ही सुनन, कदम जड़िया चंगे कम्मां दे वल ही जान। असीं किन्ना कि इन्हां नू अपने वस दे विच कीता। इह किते बेलगाम तां नहीं है, घोड़े नू लगाम इसीलिए पाई जांदी है तां जो उहनू काबू कीता जावे। वचन दी जड़ी लगाम आ साडीआं जिंदगियां दे विच होनी चाहीदी आ, इंसान दी जिंदगी दे विच होनी चाहीदी तां जो बेलगाम ना होवे, ओ वचन दे विच बनिया रवे। बाइबल कहता हर एक वस्तु दे उपर जो धरती दे उपर आकाश दे हेठ आया ओदे उपर तुसी राज करना, उन्होंने अपने वस दे विच करना है। परमेश्वर ने आशीष दी है कि तुहाडे कोल ओह आशीष है कि तुसी इस आशीष नू प्राप्त कीता है, तुसी किन्ना कुछ अपने वस दे विच कीता है कि तुसी सुबह उठदे परमेश्वर दा शुक्र करदे हैं या मोबाइल दे नाल समय बिता रहे हैं। ਜਦੋਂ ਤੁਸੀਂ ਉੱਠਦੇ ਆ ਜਾਂ ਤੁਸੀਂ ਕਿਤੇ ਜੌਬ ਤੇ ਜਾ ਰਹੇ ਆ ਜਾਂ ਆ ਰਹੇ ਆ ਕਿ ਖੁਦਾਵੰਦ ਨੂੰ ਥੈਂਕਸ ਕਰਦੇ ਆ ਕਿ ਸਮੇਂ ਦੇ ਉੱਪਰ ਤੁਸੀਂ ਰਾਜ ਕਰ ਰਹੇ ਜਾਂ ਸਮਾਂ ਤੁਹਾਡੇ ਉੱਪਰ ਰਾਜ ਕਰ ਰਿਹਾ। ਇਹ ਟੈਕਨੋਲੋਜੀ ਦੇ ਉੱਪਰ ਤੁਸੀਂ ਰਾਜ ਕਰ ਰਹੇ ਆ ਜਾਂ ਇਹ ਟੈਕਨੋਲੋਜੀ ਤੁਹਾਡੇ ਉੱਪਰ ਰਾਜ ਕਰਦੀ ਪਈ ਆ, ਜਾਂ ਤੁਸੀਂ ਇਹਨੂੰ ਆਪਣਾ ਗੁਲਾਮ ਬਣਾਇਆ ਜਾਂ ਤੁਸੀਂ ਇਹਦੇ ਗੁਲਾਮ ਬਣ ਗਏ ਆ। ਪਰ ਬਾਈਬਲ ਤਾਂ ਇਹੀ ਕਹਿੰਦਾ ਖੁਦਾ ਨੇ ਸਾਨੂੰ ਇਹਨਾਂ ਸਾਰੀਆਂ ਵਸਤੂਆਂ ਨੂੰ ਵਸ ਦੇ ਵਿੱਚ ਕਰਨ ਦੇ ਲਈ ਕਿਹਾ, ਇਹਨਾਂ ਦੇ ਉੱਪਰ ਰਾਜ ਕਰਨ ਦੇ ਲਈ ਕਿਹਾ। मैं एक होर तुहानू गल दस दवां, जो परमेश्वर ने जानवरां नू बनाया और उन्हां नू नाम नहीं दिते, परमेश्वर ने आदम दे अगे रख दिते आ और आदम ने बोलिया, बिल्ली नू बिल्ली बोलिया, शेर नू शेर बोलिया, ये अधिकार उन्हें मिलिया आ। और उन्हें आदम ने जो जो जिस जिस जानवर नू जिद्दां जिद्दां पुकारिया उदां उदां उन्हां दे नाम पै गए। बोलो हालेलुया। ये अधिकार दिता तुहानू ते मैनू, असीं अपने मूँह तो जो कुछ भी करांगे परमेश्वर नू मनना पैना है, लेकिन उदों परमेश्वर मनणगे जदों असीं परमेश्वर की गल नूं पहलां मन्नांगे। एलिया खुदावंद दा बंदा सीगा जिन्हें
आकाश ਨੂੰ ਬੰਦ ਕਰ ਦਿੱਤਾ ਲਗਭਗ 3.5 ਸਾਲ। ਔਰ ਉਸ ਤੋਂ ਬਾਅਦ ਉਹਨੇ ਪ੍ਰਾਰਥਨਾ ਕੀਤੀ ਖੋਲਣ ਦੇ ਲਈ, ਔਰ ਉਹ ਖੋਲ ਗਿਆ। ਪਰਮੇਸ਼ਵਰ ਨੇ ਕਿੱਦਾਂ ਉਹਦੀ ਗੱਲ ਨੂੰ ਮੰਨ ਲਿਆ? ਪਹਿਲਾਂ ਏਲੀਆ ਨੇ ਖੁਦਾਵੰਦ ਦੀ ਗੱਲ ਨੂੰ ਮੰਨਿਆ। ਅੱਜ ਅਸੀਂ ਕਹਿੰਦੇ ਹਾਂ ਸਾਡੇ ਬੰਧਨ ਟੁੱਟਣ, ਸਾਡੇ ਘਰ ਚੋਂ ਨਸ਼ਾ ਜਾਵੇ, ਸਾਡੇ ਘਰ ਦੇ ਵਿੱਚੋਂ ਵਿਭਾਚਾਰ ਜਾਵੇ, ਸਾਡੇ ਘਰ ਦੇ ਵਿੱਚੋਂ ਗਲਤ ਸੋਚਾਂ ਜਾਣ, ਗਲਤ ਢੰਗ ਜਿਹੜਾ ਖਤਮ ਹੋ ਜਾਵੇ, ਗਲਤ ਜਿਹੜਾ ਸ਼ੈਤਾਨ ਕਰਨਾ ਚਾਹੁੰਦਾ ਸਾਡੇ ਭੈਣ ਭਰਾਵਾਂ ਦੇ ਵਿੱਚੋਂ, ਸਾਡੇ ਰਿਸ਼ਤਿਆਂ ਨੂੰ ਖਰਾਬ ਕਰਨਾ ਚਾਹੁੰਦਾ ਆ, ਸਾਡੇ ਫਿਊਚਰ ਨੂੰ ਖਰਾਬ ਕਰਨਾ ਚਾਹੁੰਦਾ ਆ, ਸਾਡੇ ਪਿਆਰ ਨੂੰ ਖਰਾਬ ਕਰਨਾ ਚਾਹੁੰਦਾ ਆ, ਜੋ ਭੈਣਾਂ ਭਰਾਵਾਂ ਦੇ ਪ੍ਰਤੀ ਆ, ਮਾਂ ਬੱਚਿਆਂ ਦੇ ਪ੍ਰਤੀ ਆ, ਅਸੀਂ ਕਿੰਨਾ ਕੁ ਉਹਦੇ ਅਗੇਂਸਟ ਜਾਂਦੇ ਆ ਸ਼ੈਤਾਨ ਦੇ। ਹਾਲੇਲੂਇਆ। ਇਸ ਗੱਲ ਦੇ ਉੱਪਰ ਧਿਆਨ ਦੇਣ ਦੀ ਜ਼ਰੂਰਤ ਆ। ਅਸੀਂ ਰਾਜ ਕਰਨ ਵਾਲੇ ਆ, ਅਸੀਂ ਰਾਜਿਆਂ ਦੇ ਰਾਜੇ ਦੇ ਬੱਚੇ ਆ, ਔਰ ਅਸੀਂ ਗੁਲਾਮੀ ਦੇ ਵਿੱਚ ਗਏ ਹੋਏ ਆ, ਅਸੀਂ ਗੁਲਾਮੀ ਦੇ ਵਿੱਚ ਪਹੁੰਚੇ ਹੋਏ ਆ। ਇਨਸਾਨ ਨੇ ਜੋ ਮੂੰਹ ਦੇ ਵਿੱਚੋਂ ਬੋਲ ਦਿੱਤਾ, ਪਰਮੇਸ਼ਵਰ ਨੇ ਡਨ ਕਰ ਦਿੱਤਾ। ਆਦਮ ਨੇ ਸ਼ੇਰ ਨੂੰ ਸ਼ੇਰ ਬੋਲਿਆ, ਉਹਦਾ ਨਾਮ ਸ਼ੇਰ ਪੈ ਗਿਆ। ਬਿੱਲੀ ਨੂੰ ਬਿੱਲੀ ਬੋਲਿਆ, ਉਹਦਾ ਨਾਮ ਬਿੱਲੀ ਪੈ ਗਿਆ। ਇਹ ਅਧਿਕਾਰ ਥੋੜਾ ਆ। ਇਨਸਾਨ ਨੇ ਸੂਰਜ ਨੂੰ ਇੱਕ ਥਾਂ ਦੇ ਉੱਪਰ ਰੋਕ ਦਿੱਤਾ ਔਰ ਉਹ ਰੁਕ ਗਿਆ। ਇਹ ਅਧਿਕਾਰ ਛੋਟਾ ਹੈ। ਇੱਕ ਇਨਸਾਨ ਨੇ ਬਾਰਿਸ਼ ਨੂੰ ਰੋਕ ਦਿੱਤਾ ਲਗਭਗ 3.5 ਸਾਲ, ਬਾਰਿਸ਼ ਨਹੀਂ ਹੋਈ। ਕੀ ਇਹ ਛੋਟਾ ਅਧਿਕਾਰ ਹੈ? ਹੋਰ ਇਨਸਾਨ ਕੀ ਚਾਹੁੰਦਾ? ਜੇ ਇਹ ਪੜਨ ਤੋਂ ਬਾਅਦ ਵੀ, ਜਾਂ ਇਹ ਦੇਖਣ ਤੋਂ ਬਾਅਦ ਵੀ, ਜਾਂ ਇਹ ਸੁਣਨ ਤੋਂ ਬਾਅਦ ਵੀ ਅਸੀਂ ਚੇਂਜ ਨਹੀਂ ਹੁੰਦੇ ਆ, ਤੇ ਫਿਰ ਸਾਡੇ ਤੋਂ ਵੱਡੀ, ਸਾਡੀ ਜ਼ਿੰਦਗੀ ਦੇ ਵਿੱਚ ਇਹ ਤੋਂ ਵੱਡੀ ਮੂਰਖਤਾ ਹੀ ਕੋਈ ਨਹੀਂ ਆ। ਖੁਦਾਵੰਦ ਨੇ ਸਾਨੂੰ ਅਧਿਕਾਰ ਰੱਖਣ ਦੇ ਲਈ ਕਿਹਾ, ਵਸ ਦੇ ਵਿੱਚ ਰੱਖਣ ਦੇ ਲਈ ਕਿਹਾ ਹੈ। ਜੋ ਕੁਝ ਸਾਡੀ ਜ਼ਿੰਦਗੀ ਦੇ ਨਾਲ ਜੁੜਿਆ ਆ, ਉਹਨੂੰ ਅਸੀਂ ਵਸ ਦੇ ਵਿੱਚ ਰੱਖਣਾ, ਉਹਦੇ ਉੱਪਰ ਅਸੀਂ ਰਾਜ ਕਰਨਾ ਆ। ਅਗਰ ਨਹੀਂ ਕਰਾਂਗੇ, ਆਦਮ ਤੇ ਹਵਾ ਨੇ ਨਹੀਂ ਕੀਤਾ, ਫਿਰ ਕੀ ਹੋਇਆ? ਜਦੋਂ ਅਸੀਂ ਬਾਈਬਲ ਦੇ ਵਿੱਚ ਅੱਗੇ ਪੜ੍ਹਨਾ ਆ, ਉਤਪਤ ਉਹਦਾ 6 ਨੰਬਰ ਅਧਿਆਇ, ਓਪਨ ਕਰੋ ਮੇਰੇ ਨਾਲ। ਉਤਪਤ ਉਹਦਾ 6 ਨੰਬਰ ਅਧਿਆਇ, ਉਹਦਾ 5 ਤੋਂ 12 ਨੰਬਰ ਪੰਕਤੀ ਤੱਕ ਮੈਂ ਪੜ੍ਹਨਾ, ਤੁਸੀਂ ਸੁਣੋ ਬੜੇ ਧਿਆਨ ਦੇ ਨਾਲ। ਕਹਿੰਦੇ ਫਿਰ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬੁਰੀਆਈ ਧਰਤੀ ਦੇ ਉੱਤੇ ਵੱਧ ਗਈ ਹੈ, ਅਤੇ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਆ। ਹਾਲੇਲੂਇਆ। ਇਸ ਗੱਲ ਦੇ ਉੱਪਰ ਗੌਰ ਕਰਨ ਦੀ ਜ਼ਰੂਰਤ ਹੈ। ਪਰਮੇਸ਼ਵਰ ਨੇ ਰਾਜ ਕਰਨ ਦੇ ਲਈ ਕਿਹਾ, ਪਰਮੇਸ਼ਵਰ ਨੇ ਉਹਨੂੰ ਵਸ ਦੇ ਵਿੱਚ ਕਰਨ ਦੇ ਲਈ ਕਿਹਾ। ਮੈਂ ਤੁਹਾਨੂੰ 4 ਪੁਆਇੰਟਾਂ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ। ਲਿਖਿਆ, ਕਹਿੰਦੇ ਫਿਰ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬੁਰਾਈ ਧਰਤੀ ਦੇ ਉੱਪਰ ਵੱਧ ਗਈ ਆ। ਪਰਮੇਸ਼ਵਰ ਦੇ ਕਨਸੈਪਟ ਤੋਂ ਬੰਦਾ ਬਾਹਰ ਹੋ ਗਿਆ ਆ। ਪਰਮੇਸ਼ਵਰ ਨੇ ਚਾਹਿਆ ਨਹੀਂ ਸੀਗਾ ਕਿ ਉਹ ਪਾਪ ਕਰੇ ਜਾਂ ਪਾਪ ਦੇ ਵਿੱਚ ਆਵੇ। ਔਰ ਫਿਰ ਕੀ ਹੋਇਆ? ਬਾਈਬਲ ਕਹਿੰਦਾ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬੁਰਾਈ ਜਿਹੜੀ ਆ ਧਰਤੀ ਦੇ ਉੱਤੇ ਵੱਧ ਗਈ ਆ, ਔਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਆ। ਅੱਜ ਵੀ ਉਹੀ ਚੀਜ਼ ਹੋ ਗਈ ਆ। ਅੱਜ ਵੀ ਉਹੀ ਸਿਸਟਮ ਹੋ ਗਿਆ ਆ ਜੋ ਆਦਮ ਤੇ ਹਵਾ ਦੇ ਟਾਈਮ ਦੇ ਉੱਪਰ ਸੀਗਾ। ਅੱਜ ਵੀ ਇਹ ਚੀਜ਼ ਹੋ ਗਈ ਆ। ਕੀ ਮੈਂ ਸੱਚ ਬੋਲਦਾ ਹਾਂ? ਅੱਜ ਦੇ ਇਨਸਾਨ ਦੀ ਜਿਹੜੀ ਮਨ ਦੀ ਭਾਵਨਾ, ਉਹਦੀ ਦਿਮਾਗ ਦੀ ਭਾਵਨਾ ਆ, ਜੋ ਉਹਦੀ ਸੋਚ ਆ, ਸਾਰਾ ਦਿਨ ਬੁਰੀ ਹੀ ਰਹਿੰਦੀ ਆ। ਕਿੱਦਾਂ ਪਾਪ ਕੀਤਾ ਜਾਵੇ, ਕਿੱਦਾਂ ਮਨ ਦੀ ਇੱਛਾ ਨੂੰ ਪੂਰਾ ਕੀਤਾ ਜਾਵੇ, ਕਿੱਦਾਂ ਇੰਦਰੀਆਂ ਦੀ ਇੱਛਾ ਨੂੰ ਪੂਰਾ ਕੀਤਾ ਜਾਵੇ। ਮੈਨੂੰ ਆਹ ਮਿਲ ਜਾਏ, ਮੈਨੂੰ ਉਹ ਮਿਲ ਜਾਏ, ਘਰ, ਗੱਡੀ, ਕਾਰ, ਕੋਠੀ, ਪੈਸਾ, ਧਨ ਦੌਲਤ, ਇਹ ਉਹ ਸਭ। ਇਹ ਚੰਗੀ ਭਾਵਨਾ ਨਹੀਂ ਆ। ਉਸ ਸਮੇਂ ਵੀ ਖੁਦਾਵੰਦ ਨੇ ਆਖਿਆ ਕਿ ਜਿਹੜਾ ਇਨਸਾਨ ਦੇ, ਆਦਮੀ ਦੀ ਜਿਹੜੀ ਬੁਰਾਈ ਆ ਧਰਤੀ ਤੇ ਵੱਧ ਗਈ ਆ, ਔਰ ਉਹਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਆ। ਔਰ ਉਸ ਤੋਂ ਬਾਅਦ ਕੀ ਹੋਇਆ? ਕਹਿੰਦੇ ਯਹੋਵਾ ਨੂੰ ਆਦਮੀ ਦੇ ਧਰਤੀ ਦੇ ਉੱਤੇ ਬਣਾਉਣ ਤੋਂ ਰੰਜ ਹੋਇਆ, ਮਤਲਬ ਪਛਤਾਵਾ ਹੋਇਆ। ਪਰਮੇਸ਼ਵਰ ਨੂੰ ਪਛਤਾਵਾ ਹੋਇਆ ਕਿ ਉਹਨੇ ਆਦਮੀ ਨੂੰ ਕਿਉਂ ਬਣਾਇਆ, ਉਹਨੇ ਆਦਮੀ ਨੂੰ ਕਿਉਂ ਬਲੈਸ ਕੀਤਾ। ਅੱਜ ਦੇ ਸਮੇਂ ਦੇ ਵਿੱਚ, ਉਸ ਸਮੇਂ ਆਦਮ ਦੇ ਟਾਈਮ ਤੇ ਪਰਮੇਸ਼ਵਰ ਨੂੰ ਪਛਤਾਵਾ ਹੋਇਆ ਕਿ ਉਹਨੇ ਇਨਸਾਨ ਨੂੰ ਕਿਉਂ ਬਣਾ ਦਿੱਤਾ, ਆਦਮ ਨੂੰ ਕਿਉਂ ਬਣਾ ਦਿੱਤਾ, ਹਵਾ ਨੂੰ ਕਿਉਂ ਬਣਾ ਦਿੱਤਾ, ਕਿ ਉਹਦੇ ਕਨਸੈਪਟ ਤੋਂ ਬਾਹਰ ਹੋ ਗਏ। ਉਹਨੂੰ ਪਛਤਾਵਾ ਹੋਇਆ। ਅੱਜ ਦੇ ਸਮੇਂ ਦੇ ਵਿੱਚ ਵੀ ਪਰਮੇਸ਼ਵਰ ਨੂੰ ਪਛਤਾਵਾ ਹੋ ਸਕਦਾ ਹੈ। ਕਦੀ ਤੁਸੀਂ ਧਿਆਨ ਦੇਣ ਦੀ ਕੋਸ਼ਿਸ਼ ਕਰਿਓ ਕਿ ਪਰਮੇਸ਼ਵਰ ਤੁਹਾਨੂੰ ਜੌਬ ਦੇ ਨਾਲ ਬਲੈਸ ਕਰੇ, ਪਰਮੇਸ਼ਵਰ ਤੁਹਾਡੇ ਬਿਜ਼ਨਸ ਦੇ ਉੱਪਰ ਆਸ਼ੀਸ਼ ਪਾਵੇ, ਔਰ ਉਸ ਤੋਂ ਬਾਅਦ ਤੁਹਾਡੇ ਕੋਲੋਂ ਟਾਈਮ ਨਾ ਹੋਵੇ ਪ੍ਰਾਰਥਨਾ ਕਰਨ ਦਾ, ਬਾਈਬਲ ਪੜ੍ਹਨ ਦਾ, ਚਰਚ ਆਉਣ ਦਾ, ਔਰ ਤੇ ਫਿਰ ਕੀ ਗੱਲ, ਪਰਮੇਸ਼ਵਰ ਨੂੰ ਪਛਤਾਵਾ ਨਾ ਹੋਵੇ।
कि परमेश्वर पछताएगा कि नहीं कि मैं ਇਹਨੂੰ ਐਵੇਂ ਹੀ ਬਲੈਸ ਕਰ ਦਿੱਤਾ, ਮੈਂ ਇਹਨੂੰ ਐਵੇਂ ਹੀ ਜੌਬ ਦੀ ਬਰਕਤ ਦੇ ਦਿੱਤੀ, ਮੈਂ ਐਵੇਂ ਇਹਦੇ ਫਾਈਨਾਂਸ ਨੂੰ ਸਟਰੋਂਗ ਕਰ ਦਿੱਤਾ, ਮੈਂ ਐਵੇਂ ਇਹਦੇ ਬਿਜ਼ਨਸ ਦੀਆਂ ਹੱਦਾਂ ਦੇ ਵਿੱਚ ਵਾਧਾ ਕਰ ਦਿੱਤਾ। ਹੁਣ ਇਹਦੇ ਕੋਲੋਂ ਟਾਈਮ ਨਹੀਂ ਆ ਚਰਚ ਆਉਣ ਦਾ, ਹੁਣ ਇਹਦੇ ਕੋਲੋਂ ਟਾਈਮ ਨਹੀਂ ਹੈ ਮੇਰੇ ਕੰਮ ਕਰਨ ਦਾ, ਹੁਣ ਇਹਦੇ ਕੋਲੋਂ ਟਾਈਮ ਨਹੀਂ ਹੈ ਪ੍ਰਾਰਥਨਾ ਕਰਨ ਦਾ, ਬਾਈਬਲ ਪੜ੍ਹਨ ਦਾ ਔਰ ਪ੍ਰਚਾਰ ਕਰਨ ਦਾ, ਪ੍ਰੀਚਿੰਗ ਕਰਨ ਦਾ। ਹਾਂ, ਬਾਈਬਲ ਕਹਿੰਦਾ ਪਰਮੇਸ਼ਵਰ ਨੂੰ ਰੰਜ ਹੋਇਆ, ਮਤਲਬ ਪਰਮੇਸ਼ਵਰ ਨੂੰ ਪਛਤਾਵਾ ਹੋਇਆ ਕਿ ਇਹ ਮੈਂ ਕੀ ਕਰ ਦਿੱਤਾ, ਮੈਂ ਕੀ ਸੋਚਿਆ ਸੀ ਔਰ ਹੋ ਕੀ ਗਿਆ। ਲਿਖਿਆ ਪਰਮੇਸ਼ਵਰ ਨੂੰ ਫਿਰ ਪਛਤਾਵਾ ਹੋਇਆ। ਉਸ ਤੋਂ ਬਾਅਦ ਕਹਿੰਦੇ ਯਹੋਵਾ ਨੂੰ ਆਦਮੀ ਦੇ ਧਰਤੀ ਦੇ ਉੱਤੇ ਬਣਾਉਣ ਤੋਂ ਰੰਜ ਹੋਇਆ, ਔਰ ਲਿਖਿਆ ਅਤੇ ਉਹਦਾ ਮਨ ਦੁਖੀ ਹੋਇਆ ਕਿ ਅੱਜ ਪਰਮੇਸ਼ਵਰ ਸਾਡੇ ਤੋਂ ਖੁਸ਼ ਹੈ, ਕਿ ਅੱਜ ਪਰਮੇਸ਼ਵਰ ਸਾਡੇ ਚਾਲ ਚੱਲਣ ਤੋਂ ਖੁਸ਼ ਹੈ, ਕਿ ਪਰਮੇਸ਼ਵਰ ਸਾਡੇ ਸੌਣ ਤੋਂ ਖੁਸ਼ ਹੈ, ਪਰਮੇਸ਼ਵਰ ਸਾਡੇ ਉੱਠਣ ਤੋਂ ਖੁਸ਼ ਹੈ, ਕਿ ਸਾਡੇ ਚੱਲਣ ਤੋਂ ਪਰਮੇਸ਼ਵਰ ਖੁਸ਼ ਹੈ, ਸਾਡੇ ਕਿਸੇ ਦੇ ਨਾਲ ਮਿਲਣ ਤੋਂ ਪਰਮੇਸ਼ਵਰ ਖੁਸ਼ ਹੈ, ਸਾਡੇ ਕਿਸੇ ਦੇ ਨਾ ਮਿਲਣ ਤੋਂ ਪਰਮੇਸ਼ਵਰ ਸਾਡੇ ਤੋਂ ਖੁਸ਼ ਹੈ। ਕਦੀ ਇਹਨਾਂ ਗੱਲਾਂ ਦੇ ਉੱਪਰ ਗੌਰ ਕਰਨ ਦੀ ਕੋਸ਼ਿਸ਼ ਕਰਨਾ, ਤੁਹਾਨੂੰ ਫਿਰ ਪਤਾ ਲੱਗੇਗਾ ਕਿ ਪਰਮੇਸ਼ਵਰ ਦੇ ਕਨਸੈਪਟ ਦੇ ਵਿੱਚ ਹੀ ਅਸੀਂ ਜਾਂ ਕਨਸੈਪਟ ਤੋਂ ਬਾਹਰ ਹਾਂ। ਜੋ ਪਰਮੇਸ਼ਵਰ ਨੇ ਤੁਹਾਨੂੰ ਮੈਨੂੰ ਧਰਤੀ ਦੇ ਉੱਤੇ ਬਣਾਇਆ, ਭੇਜਿਆ, ਕਾਦੇ ਲਈ ਭੇਜਿਆ ਔਰ ਪਰਮੇਸ਼ਵਰ ਦਾ ਜੋ ਮਕਸਦ ਹੈ ਕਿ ਅਸੀਂ ਉਹਦੇ ਉੱਪਰ ਖਰੇ ਉਤਰਦੇ ਪਏ ਹਾਂ, ਇਹਨਾਂ ਗੱਲਾਂ ਦੇ ਉੱਪਰ ਧਿਆਨ ਦੇਣ ਦੀ ਜ਼ਰੂਰਤ ਹੈ। ਕਹਿੰਦੇ ਪਰਮੇਸ਼ਵਰ ਨੂੰ ਪਛਤਾਵਾ ਹੋਇਆ ਔਰ ਉਹਦਾ ਮਨ ਬਹੁਤ ਦੁਖੀ ਹੋਇਆ ਕਿ ਮੈਂ ਕੀ ਸੋਚ ਕੇ ਆਦਮ ਤੇ ਹਵਾ ਨੂੰ ਬਣਾਇਆ ਸੀਗਾ ਔਰ ਇਹਨਾਂ ਨੇ ਕੀ ਕਰ ਦਿੱਤਾ। ਮੈਂ ਇਹਨਾਂ ਨੂੰ ਰਾਜ ਕਰਨ ਦੇ ਲਈ ਕਿਹਾ, ਇਹ ਗੁਲਾਮ ਬਣ ਗਏ। ਮੈਂ ਇਹਨਾਂ ਨੂੰ ਵਸ ਦੇ ਵਿੱਚ ਕਰਨ ਦੇ ਲਈ ਕਿਹਾ, ਇਹ ਖੁਦ ਕਿਸੇ ਦੇ ਵਸ ਦੇ ਵਿੱਚ ਹੋ ਗਏ। ਟੈਕਨੋਲੋਜੀ ਦੇ, ਇੰਟਰਨੈਟ ਦੇ, ਇਹ ਉਹ ਜੋ ਵੀ ਅੱਜ ਦਾ ਸਿਸਟਮ ਹੈਗਾ ਆ, ਕੋਈ ਪੈਸੇ ਦੇ ਵਸ ਦੇ ਵਿੱਚ ਹੋ ਗਿਆ, ਕੋਈ ਪੈਸੇ ਦੇ ਲਾਲਚ ਦੇ ਵਿੱਚ ਵਸ ਦੇ ਵਿੱਚ ਹੋ ਗਿਆ। ਤੁਸੀਂ ਵਿਹਲੇ ਸੀਗੇ, ਖੁਦਾ 'ਚ ਵੱਧ ਰਹੇ ਸੀਗੇ ਔਰ ਫਿਰ ਖੁਦਾ ਦੇ ਕੋਲੋਂ ਤੁਸੀਂ ਜੌਬ ਦੀ ਬਰਕਤ ਮੰਗੀ, ਬਿਜ਼ਨਸ ਦੀ ਬਰਕਤ ਮੰਗੀ, ਪੈਸੇ ਨੂੰ ਮੰਗਿਆ ਖੁਦਾ ਦੇ ਕੋਲੋਂ, ਖੁਦਾ ਨੇ ਦੇ ਦਿੱਤਾ ਤੁਹਾਨੂੰ। ਕਾਹਦੇ ਲਈ ਦਿੱਤਾ? ਕਿ ਤੁਸੀਂ ਖੁਦਾਵੰਦ ਦੇ ਕੰਮ ਕਰਨ ਦੇ ਵਿੱਚ ਉਦਾਂ ਹੀ ਲੱਗੇ ਰਹੋ ਜਿੱਦਾਂ ਵਿਹਲੇ ਹੋ ਕੇ ਲੱਗੇ ਪਏ ਸੀਗੇ। ਕੰਮ ਦੇ ਦੌਰਾਨ ਵੀ ਤੁਸੀਂ ਲੱਗੇ ਰਹੋ। ਬਾਈਬਲ ਕਹਿੰਦਾ ਚੰਗੀ ਗੱਲ ਸੀਗੀ ਤੇ ਉਹ ਵੀ ਨਾ ਛੱਡਦੇ ਔਰ ਇਹ ਵੀ ਕਰਦੇ ਰਹਿੰਦੇ। ਕਈ ਲੋਕਾਂ ਨੂੰ ਕੀ ਹੁੰਦਾ, ਜਦੋਂ ਬਲੈਸਿੰਗਸ ਮਿਲਦੀ ਆ ਬਿਜ਼ਨਸ ਦੀ, ਜਦੋਂ ਬਲੈਸਿੰਗਸ ਮਿਲਦੀ ਆ ਜੌਬ ਦੀ, ਔਰ ਉਸ ਤੋਂ ਬਾਅਦ ਚਰਚ ਆਉਣਾ ਬੰਦ, ਸਮੇਂ ਨਹੀਂ ਹੈ, ਪ੍ਰਾਰਥਨਾ ਕਰਨਾ ਬੰਦ, ਬਾਈਬਲ ਪੜ੍ਹਨਾ ਬੰਦ, ਕਿ ਹੁਣ ਟਾਈਮ ਨਹੀਂ, ਹੁਣ ਸਰੀਰ ਥੱਕ ਜਾਂਦਾ, ਬੱਚੇ ਦੇਖਣੇ ਆ, ਪਰਿਵਾਰ ਦੇਖਣਾ ਆ, ਬੱਚਿਆਂ ਨੂੰ ਸਕੂਲ ਛੱਡਣਾ, ਲੈ ਕੇ ਆਉਣਾ, ਇਹ ਉਹ, ਹਾਂ ਫਿਰ ਟਾਈਮ ਨਹੀਂ ਹੈ। ਇਸੇ ਗੱਲ ਤੋਂ ਫਿਰ ਪਰਮੇਸ਼ਵਰ ਦਾ ਜਿਹੜਾ ਮਨ ਹੈ ਦੁਖੀ ਹੁੰਦਾ ਹੈ ਕਿ ਮੈਂ ਅਗਰ ਇਹਨੂੰ ਵਿਹਲਾ ਰੱਖਦਾ ਜਾਂ ਮੈਨੂੰ ਵਿਹਲੀ ਰੱਖਦਾ ਤੇ ਫਿਰ ਠੀਕ ਸੀਗਾ, ਫਿਰ ਠੀਕ ਸੀਗਾ। ਦੁਆ ਪ੍ਰਾਰਥਨਾ ਲਗਾਤਾਰ ਸੀਗੀ ਬਿਨਾਂ ਨਾਗੇ ਤੋਂ, ਔਰ ਹਰ ਇੱਕ ਚੀਜ਼ ਦੇ ਉੱਪਰ ਅਧਿਕਾਰ ਸੀਗਾ, ਹਰ ਇੱਕ ਚੀਜ਼ ਨੂੰ ਵਸ ਦੇ ਵਿੱਚ ਕੀਤਾ ਹੋਇਆ ਸੀਗਾ, ਔਰ ਹਰ ਇੱਕ ਚੀਜ਼ ਦੇ ਉੱਪਰ, ਈਵਨ ਸਮੇਂ ਦੇ ਉੱਪਰ ਵੀ ਅਸੀਂ ਰਾਜ ਕਰਦੇ ਸੀ ਕਿ ਉਹ ਸਮਾਂ ਠੀਕ ਸੀਗਾ। ਅਸੀਂ ਜੋ ਪਰਮੇਸ਼ਵਰ ਦੇ ਕੋਲੋਂ ਮੰਗਿਆ ਆ, ਸਾਨੂੰ ਪਰਮੇਸ਼ਵਰ ਨੇ ਦੇ ਦਿੱਤਾ। ਕਈ ਵਾਰ ਸਾਡੀ ਆਸ਼ੀਸ਼ ਲੇਟ ਕਿਉਂ ਹੁੰਦੀ, ਉਹਦਾ ਕਾਰਨ ਇਹੀ ਹੁੰਦਾ, ਅਸੀਂ ਕਾਬਿਲ ਨਹੀਂ ਹੁੰਦੇ, ਅਸੀਂ ਯੋਗ ਨਹੀਂ ਹੁੰਦੇ, ਫਿਰ ਵੀ ਅਸੀਂ ਖੁਦਾ ਦੇ ਕੋਲੋਂ ਮੰਗਦੇ ਹਾਂ, ਪ੍ਰਭੂ ਮੈਨੂੰ ਆ ਮੋਬਾਈਲ ਦੀ ਬਰਕਤ ਦੇ, ਪ੍ਰਭੂ ਮੈਨੂੰ ਮੋਬਾਈਲ ਦੀ ਬਰਕਤ ਦੇ, ਪ੍ਰਭੂ ਮੈਨੂੰ ਮੋਬਾਈਲ ਦੇ, ਮੈਂ ਤੇਰੇ ਭਜਨ ਸੁਣੂੰਗੀ ਜਾਂ ਸੁਣਾਂਗਾ, ਮੈਂ ਤੇਰਾ ਕਲਾਮ ਸੁਣਾਂਗੀ, ਸੁਣਾਂਗਾ, ਉਹ 'ਚ ਬਾਈਬਲ ਪੜੂੰਗਾ, ਇਹ ਉਹ ਲਟਰਮ ਸ਼ਟਰਮ ਜੋ ਵੀ ਬੋਲਦੇ ਆ ਬੰਦਾ। ਔਰ ਜਦੋਂ ਜਿੱਦ ਕਰਕੇ ਅਸੀਂ ਮੋਬਾਈਲ ਦੀ ਬਰਕਤ ਲੈ ਤਾਂ ਲੈਨੇ ਆ, ਫਿਰ ਉਹਦੇ ਵਿੱਚ ਇੰਨਾ ਕੁ ਰੁੱਝ ਜਾਂਦੇ ਆ, ਹੌਲੀ ਹੌਲੀ ਫਿਲਮੀ ਗੀਤ ਸ਼ੁਰੂ ਹੋ ਜਾਂਦੇ ਉਹਦੇ ਵਿੱਚ, ਹੌਲੀ ਹੌਲੀ ਇੰਟਰਨੈਟ ਬਰਾਊਜ਼ਿੰਗ ਸ਼ੁਰੂ ਹੋ ਜਾਂਦੀ ਆ, ਹੌਲੀ ਹੌਲੀ ਕਹਿੰਦੀਆਂ ਫਿਲਮਾਂ ਸ਼ੁਰੂ ਹੋ ਜਾਂਦੀਆਂ ਆ, ਹੌਲੀ ਹੌਲੀ ਚੈਟਿੰਗ ਸ਼ੁਰੂ ਹੋ ਜਾਂਦੀ ਆ, ਹੌਲੀ ਹੌਲੀ ਕਿਸੇ ਦੇ ਸੰਪਰਕ ਦੇ ਵਿੱਚ ਆ ਜਾਂਦੇ ਆ, ਹੌਲੀ ਹੌਲੀ ਫਿਜ਼ੀਕਲ ਹੋ ਜਾਂਦੇ ਆ, ਹੌਲੀ ਹੌਲੀ ਵਿਭਚਾਰ ਦੇ ਵਿੱਚ ਚਲੇ ਜਾਂਦੇ ਆ। ਇਹ ਜਿਹੜਾ ਮੋਬਾਈਲ ਆ, ਇਹ ਸ਼ੈਤਾਨ ਦਾ ਬਹੁਤ ਵੱਡਾ ਅੰਗ ਆ, ਇਹ ਪਾਪ ਦੀ ਜੜ ਆ। ਇਹਦੇ ਉੱਪਰ ਅਸੀਂ ਰਾਜ ਕਰਨਾ, ਨਾ ਕਿ ਇਹਦੇ ਗੁਲਾਮ ਬਣਨਾ ਹੈ। ਅਸੀਂ ਇਸ ਗੱਲ ਦੇ ਉੱਪਰ ਧਿਆਨ ਦੇਣਾ ਜ਼ਰਾ। ਜਿੰਨੇ ਸਾਡੇ ਫਾਇਦੇਮੰਦ ਇਹ ਚੀਜ਼ ਆ, ਉਸ ਤੋਂ ਜ਼ਿਆਦਾ ਇਹ ਸਾਡੇ ਲਈ ਨੁਕਸਾਨਦਾਇਕ ਆ। ਹਾਲੇਲੂਇਆ। ਉਮੀਦ ਕਰਦਾ ਤੁਹਾਨੂੰ ਸਮਝ ਆ ਰਹੀ ਆ। ਕਹਿੰਦੇ ਬੰਦੇ ਦੀ, ਆਦਮ ਦੀ ਦਿਨ ਭਰ ਜਿਹੜੀ ਸੋਚ ਆ ਉਹ ਬੁਰੀ ਹੀ ਰਹਿੰਦੀ ਆ, ਉਹ ਬੁਰਾ ਹੀ ਸੋਚੀ ਜਾਂਦਾ ਪਿਆ ਆ ਕਿ ਹੁਣ ਮੈਂ ਕਿੱਦਾਂ ਅਮੀਰ ਬਣਾ, ਮੈਂ ਕਿੱਦਾਂ ਵੱਡਾ ਆਦਮੀ ਬਣਾ, ਮੇਰਾ ਕਿੱਦਾਂ ਰੁਤਬਾ ਹੋਵੇ, ਮੇਰਾ ਕਿੱਦਾਂ ਬੋਲਬਾਲਾ ਹੋਵੇ। ਔਰ ਬਾਈਬਲ ਸਾਨੂੰ ਕਿੱਦਾਂ ਕਹਿੰਦਾ ਆ ਕਿ ਤੇਰਾ ਬੋਲਬਾਲਾ ਹੋਊਗਾ। ਕਹਿੰਦਾ ਜਦੋਂ ਇਹ ਪੋਥੀਆਂ, ਇਹ ਪਰਮੇਸ਼ਵਰ ਦੀਆਂ ਗੱਲਾਂ, ਵਚਨ ਤੇਰੇ ਬੁੱਲਾਂ ਤੋਂ ਕਦੀ ਅਲੱਗ ਨਾ ਹੋਵੇ, ਤੂੰ ਦਿਨ ਰਾਤ ਇਹਦੇ ਉੱਪਰ ਧਿਆਨ ਦੇ, ਕਹਿੰਦਾ ਫਿਰ ਤੇਰਾ ਬੋਲਬਾਲਾ ਹੋਏਗਾ। ਬੋਲੋ ਆਮੀਨ, ਹਾਲੇਲੂਇਆ। ਇਸ ਤੋਂ ਬਾਹਰ ਹੋ ਕੇ ਅਸੀਂ ਜੋ ਕਰ ਰਹੇ ਹਾਂ ਉਹ ਪਰਮੇਸ਼ਵਰ ਦੇ ਕਨਸੈਪਟ ਤੋਂ ਬਾਹਰ ਆ, ਫਿਰ ਪਰਮੇਸ਼ਵਰ ਦਾ ਮਨ ਦੁਖੀ ਹੁੰਦਾ। ਬਾਈਬਲ ਕਹਿੰਦਾ ਮਨੁੱਖ ਦੀ, ਆਦਮ ਦੀ ਦਿਨ ਭਰ ਭਾਵਨਾ ਜਿਹੜੀ ਆ, ਮਨ ਦੀ ਭਾਵਨਾ ਆ, ਇਹ ਬੁਰੀ ਹੀ ਆ, ਇਹ ਬੁਰੀ ਹੀ ਆ।
ਔਰ ਲਿਖਿਆ ਤਾਂ ਯਹੋਵਾ ਨੇ ਆਦਮੀ ਨੂੰ ਧਰਤੀ ਦੇ ਉੱਤੇ ਬਣਾਉਣ ਤੋਂ ਉਹਨੂੰ ਰੰਜ ਹੋਇਆ, ਪਛਤਾਵਾ ਹੋਇਆ। ਔਰ ਲਿਖਿਆ ਉਹਦਾ ਮਨ ਕਹਿੰਦੇ ਦੁਖੀ ਹੋਇਆ। ਤਦ ਯਹੋਵਾ ਨੇ ਆਖਿਆ, ਮੈਂ ਆਦਮੀ ਨੂੰ ਜਿਹਨੂੰ ਮੈਂ ਉਤਪਤ ਕੀਤਾ ਆ, ਹਾਂ ਆਦਮੀ ਨੂੰ, ਡੰਗਰ ਨੂੰ, ਘਿਸਣਨ ਵਾਲੇ ਨੂੰ ਔਰ ਆਕਾਸ਼ ਦੇ ਪੰਛੀ ਨੂੰ ਵੀ ਜ਼ਮੀਨ ਦੇ ਉੱਤੋਂ ਮਿਟਾ ਦਿਆਂਗਾ, ਕਿਉਂ ਜੋ ਮੈਨੂੰ ਉਹਨਾਂ ਦੇ ਬਣਾਉਣ ਤੋਂ ਰੰਜ ਹੋਇਆ ਆ, ਪਛਤਾਵਾ ਹੋਇਆ ਆ। ਪਰ ਨੂਹ ਉਤੇ ਯਹੋਵਾ ਦੀ ਕਿਰਪਾ ਦੀ ਨਿਗਾਹ ਹੋਈ। ਹਾਲੇਲੂਇਆ। ਨੂਹ ਵੀ ਉਸੇ ਲੋਕਾਂ ਦੇ ਵਿੱਚ ਰਹਿੰਦਾ ਸੀਗਾ, ਨੂਹ ਵੀ ਉਹੀ ਜਾਨਵਰਾਂ ਦੇ ਵਿੱਚ ਰਹਿੰਦਾ ਸੀਗਾ, ਨੂਹ ਵੀ ਉਹੀ ਸਿਚੁਏਸ਼ਨ ਦੇ ਵਿੱਚ ਰਹਿੰਦਾ ਸੀਗਾ, ਲੇਕਿਨ ਬਾਈਬਲ ਕਹਿੰਦਾ ਉਹ ਧਰਮੀ ਸੀਗਾ, ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦਾ ਸੀਗਾ, ਉਹਦੇ ਅਨੁਸਾਰ ਚੱਲਦਾ ਸੀਗਾ। ਲਿਖਿਆ ਪਰਮੇਸ਼ਵਰ ਨੇ ਫਿਰ ਵਿਚਾਰ ਕੀਤਾ ਕਿ ਮੈਂ ਆਦਮੀ ਨੂੰ, ਜਿਹਨੂੰ ਮੈਂ ਉਤਪਤ ਕੀਤਾ, ਜਿਹਨੂੰ ਮੈਂ ਆਪਣੇ ਹੱਥਾਂ ਨਾਲ ਬਣਾਇਆ, ਉਹਨੂੰ ਮੈਂ ਡੰਗਰ ਨੂੰ, ਘਿਸਣਨ ਵਾਲੇ ਨੂੰ, ਉੱਡਣ ਵਾਲੇ ਨੂੰ, ਪੰਛੀ ਨੂੰ, ਸਭ ਨੂੰ ਕਹਿੰਦੇ ਮੈਂ ਖਤਮ ਕਰ ਦਵਾਂਗਾ। ਪਰ ਨੂਹ ਦੇ ਉੱਪਰ ਉਹਦੀ ਨਿਗਾਹ ਰਹੀ। ਔਰ ਲਿਖਿਆ ਅੱਗੇ ਕਹਿੰਦੇ ਇਹ ਨੂਹ ਦੀ ਕੁੱਲ ਪੱਤਰੀ ਆ। ਨੂਹ ਇੱਕ ਧਰਮੀ ਮਨੁੱਖ ਸੀਗਾ, ਆਪਣੀ ਪੀੜ੍ਹੀ ਵਿੱਚੋਂ ਸੰਪੂਰਨ ਸੀਗਾ ਅਤੇ ਨੂਹ ਪਰਮੇਸ਼ਵਰ ਦੇ ਨਾਲ ਨਾਲ ਚੱਲਦਾ ਸੀ। ਨੂਹ ਦੇ 3 ਪੁੱਤਰ ਸਨ, ਅਰਥਾਤ ਸ਼ੇਮ, ਅਰਹਾਮ ਔਰ ਯਾਫਤ। ਧਰਤੀ ਪਰਮੇਸ਼ਵਰ ਦੇ ਅੱਗੇ ਵਿਗੜੀ ਹੋਈ ਸੀ, ਵਿਗੜ ਗਈ ਸੀ ਧਰਤੀ, ਪਰਮੇਸ਼ਵਰ ਦੇ ਕਨਸੈਪਟ ਤੋਂ ਬਾਹਰ ਹੋ ਗਿਆ ਸੀਗਾ ਸਾਰਾ ਕੰਮ। ਜੋ ਪਰਮੇਸ਼ਵਰ ਨੇ ਸੋਚਿਆ ਸੀਗਾ ਜਿੱਦਾਂ ਵੀ ਇਹ ਚੀਜ਼ ਏਦਾਂ ਹੋਣੀ ਚਾਹੀਦੀ ਆ, ਔਰ ਉਹ ਉਦਾਂ ਨਹੀਂ ਹੋਈ। ਥੋੜਾ ਸਮਾਂ ਰਹੀ ਔਰ ਉਸ ਤੋਂ ਬਾਅਦ ਵਿਗੜ ਗਈ। ਜਿੱਦਾਂ ਅੱਜ ਸਾਡੀ ਚਾਲ ਵਿਗੜ ਗਈ, ਜਿੱਦਾਂ ਅੱਜ ਸਾਡੇ ਬੱਚੇ ਵਿਗੜ ਗਏ, ਜਿੱਦਾਂ ਅੱਜ ਸਾਡੀ ਸੋਚ ਵਿਗੜ ਗਈ, ਸਾਡੀ ਬੋਲੀ ਵਿਗੜ ਗਈ, ਸਾਡੇ ਸ਼ਬਦ ਵਿਗੜ ਗਏ। ਲਿਖਿਆ ਉਸ ਸਮੇਂ ਧਰਤੀ ਜਿਹੜੀ ਆ ਉਹ ਵਿਗੜ ਗਈ ਔਰ ਧਰਤੀ ਜ਼ੁਲਮ ਦੇ ਨਾਲ ਭਰੀ ਹੋਈ ਸੀਗੀ। ਲਿਖਿਆ ਤਾਂ ਪਰਮੇਸ਼ਵਰ ਨੇ ਧਰਤੀ ਨੂੰ ਦੇਖਿਆ ਤੇ ਵੇਖੋ ਕਿ ਉਹ ਵਿਗੜੀ ਹੋਈ ਸੀਗੀ, ਕਿਉਂਕਿ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਵਿਗਾੜ ਲਿਆ ਸੀਗਾ। ਜਿੰਨੇ ਇਨਸਾਨ ਉਤਪਤ ਹੋਏ, ਜਿੰਨੇ ਇਨਸਾਨ ਬਣੇ ਵਧੇ, ਔਰ ਸਾਰੇ ਦੇ ਸਾਰੇ ਕਰਪਟ ਹੋ ਗਏ, ਸਾਰੇ ਦੇ ਸਾਰੇ ਗੁਲਾਮ ਹੋ ਗਏ ਪਾਪ ਦੇ, ਸਾਰੇ ਦੇ ਸਾਰੇ ਲਾਲਚ ਦੇ ਗੁਲਾਮ ਹੋ ਗਏ। ਜਿੱਦਾਂ ਅੱਜ ਆ, ਸਾਰੇ ਦੇ ਸਾਰੇ ਆਪਣੇ ਆਪ ਦੇ ਬਾਰੇ ਸੋਚ ਰਹੇ ਸੀਗੇ, ਸਾਰੇ ਦੇ ਸਾਰੇ ਸਰੀਰ ਜਿਹੜੇ ਆਪਣੇ ਬੱਚਿਆਂ ਦੇ ਬਾਰੇ ਸੋਚ ਰਹੇ ਸੀਗੇ। ਬਸ ਦਿਨ ਭਰ ਜਿਹੜਾ ਇਹਨਾਂ ਦੀਆਂ ਸੋਚਾਂ ਏਦਾਂ ਹੀ ਰਹਿੰਦੀਆਂ ਸੀਗੀਆਂ ਔਰ ਪਰਮੇਸ਼ਵਰ ਦੇ ਵੱਲ ਨੂੰ ਸੋਚ ਜਾਂਦੀ ਨਹੀਂ ਸੀਗੀ। ਔਰ ਇਹੀ ਗੱਲ ਪਰਮੇਸ਼ਵਰ ਨੂੰ ਬੁਰੀ ਲੱਗੀ, ਜਿਹਦੇ ਕਰਕੇ ਪਰਮੇਸ਼ਵਰ ਨੇ ਸੋਚਿਆ ਜਾਂ ਬੋਲਿਆ ਜਾਂ ਕਿਹਾ ਕਿ ਇਨਸਾਨ ਨੂੰ ਜਿਹਨੂੰ ਮੈਂ ਉਤਪਤ ਕੀਤਾ ਆ, ਮੈਨੂੰ ਰੰਜ ਹੋਇਆ, ਮੈਨੂੰ ਪਛਤਾਵਾ ਹੋਇਆ ਕਿ ਮੈਂ ਇਹਨੂੰ ਕਿਉਂ ਬਣਾ ਦਿੱਤਾ। ਹਾਲੇਲੂਇਆ, ਮੈਂ ਇਹਨੂੰ ਕਿਉਂ ਬਣਾ ਦਿੱਤਾ। ਔਰ ਲਿਖਿਆ ਪਰਮੇਸ਼ਵਰ ਦਾ ਮਨ ਜਿਹੜਾ ਦੁਖੀ ਹੋਇਆ। ਕਿਤੇ ਤੁਹਾਡੇ ਚੁਣੇ ਜਾਣ ਤੇ ਪਰਮੇਸ਼ਵਰ ਖੁਸ਼ ਆ, ਇਸ ਗੱਲ ਦੇ ਉੱਪਰ ਧਿਆਨ ਦੇਣ ਦੀ ਜ਼ਰੂਰਤ ਆ ਕਿ ਪਰਮੇਸ਼ਵਰ ਨੇ ਤੁਹਾਨੂੰ ਪਵਿੱਤਰ ਆਤਮਾ ਦਿੱਤਾ ਕਿ ਪਰਮੇਸ਼ਵਰ ਖੁਸ਼ ਆ, ਕਿ ਪਰਮੇਸ਼ਵਰ ਨੇ ਤੁਹਾਡੀ ਬੰਦ ਸਮਝ ਨੂੰ ਖੋਲ ਦਿੱਤਾ ਕਿ ਪਰਮੇਸ਼ਵਰ ਖੁਸ਼ ਆ। ਇਸ ਗੱਲ ਦੇ ਉੱਪਰ ਧਿਆਨ ਦੇਣ ਦੀ ਜ਼ਰੂਰਤ ਹੈ, ਡੀਪ ਜਾਣ ਦੀ ਜ਼ਰੂਰਤ ਹੈ ਕਿ ਜੋ ਸਾਡਾ ਅੱਜ ਚਾਲ ਚੱਲਣ ਆ, ਜੋ ਸਾਡੇ ਵਿਚਾਰ ਆ, ਜੋ ਸਾਡਾ ਸੌਣ ਤੋਂ ਉੱਠਣ ਤੱਕ ਔਰ ਉੱਠਣ ਤੋਂ ਸੌਣ ਤੱਕ ਦਾ ਸਫ਼ਰ ਆ, ਕਿ ਉਸ ਦੌਰਾਨ ਪਰਮੇਸ਼ਵਰ ਸਾਡੇ ਤੋਂ ਆਨੰਦਿਤ ਆ, ਸਾਡੇ ਤੋਂ ਖੁਸ਼ ਆ। ਪਰਮੇਸ਼ਵਰ ਨੇ ਸਾਨੂੰ ਚੁਣਿਆ ਆ, ਕਿ ਪਰਮੇਸ਼ਵਰ ਸਾਡੇ ਤੋਂ ਖੁਸ਼ ਆ ਕਿ ਉਹਨੇ ਸਾਨੂੰ ਚੁਣ ਲਿਆ। ਬਾਈਬਲ ਕਹਿੰਦਾ ਤੁਸੀਂ ਨਹੀਂ ਬਲਕਿ ਮੈਂ ਤੁਹਾਨੂੰ ਚੁਣਿਆ ਆ, ਮਤਲਬ ਪਰਮੇਸ਼ਵਰ ਨੇ ਤੁਹਾਨੂੰ ਤੇ ਮੈਨੂੰ ਚੁਣਿਆ ਆ, ਕਿ ਉਹਨੇ ਸਾਨੂੰ ਚੁਣਿਆ, ਕਿ ਉਹਨੇ ਠੀਕ ਕੀਤਾ, ਕਿ ਉਹਨੂੰ ਠੀਕ ਲੱਗਾ, ਪਰਮੇਸ਼ਵਰ ਨੂੰ ਇਹ ਅੱਛਾ ਲੱਗਾ ਕਿ ਉਹਨੇ ਤੁਹਾਨੂੰ ਤੇ ਮੈਨੂੰ ਚੁਣ ਲਿਆ। ਕਿਉਂਕਿ ਬਹੁਤ ਸਾਰੇ ਲੋਕ ਅੱਜ ਵੀ ਬਿਨਾਂ ਚੁਣੇ ਹੋਏ ਆ, ਜਿਨ੍ਹਾਂ ਦੇ ਉੱਪਰ ਹਲੇ ਤੱਕ ਨਿਗਾਹ ਹੀ ਨਹੀਂ ਪਈ ਆ, ਜਿਹੜੇ ਅੱਜ ਵੀ ਪਾਪ ਦੇ ਵਿੱਚ, ਬੁਰਾਈ ਦੇ ਵਿੱਚ। ਅਸੀਂ ਤੁਸੀਂ ਮੈਂ ਵੀ ਪਾਪ ਬੁਰਾਈ ਦੇ ਵਿੱਚ ਸੀਗੇ, ਲੇਕਿਨ ਪਰਮੇਸ਼ਵਰ ਨੇ ਚੁਣ ਲਿਆ ਔਰ ਸਾਨੂੰ ਬਰਕਤ ਦਿੱਤੀ, ਸਾਨੂੰ ਛੁਟਕਾਰਾ ਦਿੱਤਾ ਔਰ ਅੱਜ ਅਸੀਂ ਖੁਦਾਵੰਦ ਦੇ ਕੰਮ ਕਰਦੇ ਆ ਉਹਦੀ ਦਇਆ ਦੇ ਨਾਲ, ਕਿ ਪਰਮੇਸ਼ਵਰ ਖੁਸ਼ ਆ ਕਿ ਉਹਨੇ ਸਾਨੂੰ ਬਣਾਇਆ, ਸਾਨੂੰ ਚੁਣਿਆ। ਬਹੁਤ ਸਾਰੇ ਲੋਕ ਏਦਾਂ ਦੇ ਆ ਜਿਹੜੇ ਬਾਈਬਲ ਪੜ੍ਹਦੇ ਉਹਨਾਂ ਨੂੰ ਸਮਝ ਨਹੀਂ ਲੱਗਦਾ, ਹਲੇ ਕਿ ਵੈਲ ਐਜੂਕੇਟਡ ਆ, ਚਾਹੇ ਉਹ +2 ਪੜ੍ਹੇ ਆ, ਚਾਹੇ ਉਹ ਗ੍ਰੈਜੂਏਟ ਆ, ਲੇਕਿਨ ਉਹ ਬਾਈਬਲ ਪੜ੍ਹ ਰਹੇ ਉਹਨਾਂ ਨੂੰ ਸਮਝ ਨਹੀਂ ਲੱਗਦਾ। ਬੜੀ ਹੈਰਾਨੀ ਵਾਲੀ ਗੱਲ ਆ। ਕਿਉਂ? ਕਿਉਂਕਿ ਹਲੇ ਸਮਝ ਨਹੀਂ ਖੁੱਲੀ, ਬੰਦ ਸਮਝ ਨਹੀਂ ਖੁੱਲੀ ਆ। ਹਲੇ ਤੁਸੀਂ ਪੜ੍ਹ ਰਹੇ ਹੋ, ਤੁਹਾਨੂੰ ਸਮਝ ਆ ਰਿਹਾ ਆ ਕਿ ਤੁਸੀਂ ਚੁਣੇ ਗਏ ਆ, ਕਿ ਪਰਮੇਸ਼ਵਰ ਖੁਸ਼ ਹੈ। ਇਸ ਗੱਲ ਦੇ ਉੱਪਰ ਧਿਆਨ ਦੇਣ ਦੀ ਜ਼ਰੂਰਤ ਆ ਕਿ ਸਾਡੇ ਸੌਣ ਤੋਂ ਪਰਮੇਸ਼ਵਰ ਖੁਸ਼ ਹੈ, ਸਾਡੇ ਉੱਠਣ ਤੋਂ, ਸਾਡੇ ਚੱਲਣ ਤੋਂ, ਸਾਡਾ ਕਿਸੇ ਨੂੰ ਮਿਲਣ ਤੋਂ ਸਾਨੂੰ ਕੋਈ ਮਿਲਦਾ ਹੈ ਕਿ ਪਰਮੇਸ਼ਵਰ ਇਸ ਗੱਲ ਤੋਂ ਖੁਸ਼ ਹੈ। ਇਸ ਗੱਲ ਦੇ ਉੱਪਰ ਧਿਆਨ ਦੇਣ ਦੀ ਜ਼ਰੂਰਤ ਆ।
ਬਾਈਬਲ ਕਹਿੰਦਾ ਸਾਰੇ ਸਰੀਰਾਂ ਨੇ ਆਪਣੇ ਮਾਰਗ ਜਿਹੜੇ ਆ ਵਿਗਾੜ ਲਏ, ਪਰਮੇਸ਼ਵਰ ਦੇ ਕਨਸੈਪਟ ਤੋਂ ਬਾਹਰ ਹੋ ਗਏ। ਫਿਰ ਪਰਮੇਸ਼ਵਰ ਨੇ ਜਲ ਪਰਲੋਂ ਨੂੰ ਭੇਜਿਆ, ਪਾਣੀ ਦੇ ਨਾਲ ਪਰਮੇਸ਼ਵਰ ਨੇ ਜਿਹੜੀ ਆ ਦੁਨੀਆ ਨੂੰ ਤਬਾਹ ਕੀਤਾ, ਨੂਹ ਨੂੰ ਛੱਡ ਕੇ, ਨੂਹ ਦੀ ਫੈਮਿਲੀ ਨੂੰ ਛੱਡ ਕੇ ਬਾਕੀ ਸਾਰੇ ਜੀਵ ਜੰਤੂ ਜਿਹੜੇ ਆ ਇੱਕ ਇੱਕ ਜੋੜਾ ਬਚਾ ਲਿਆ। ਪਰਮੇਸ਼ਵਰ ਨੇ ਨੂਹ ਨੂੰ ਹੁਕਮ ਦਿੱਤਾ ਸੀ ਇਹਨਾਂ ਨੂੰ ਕਸ਼ਤੀ ਦੇ ਵਿੱਚ ਹੀ ਰੱਖ ਲਈ, ਔਰ ਬਾਕੀ ਸਾਰੇ ਸਰਬਤ ਲੋਕਾਂ ਦਾ, ਜੀਵ ਜੰਤੂਆਂ ਦਾ, ਉੱਡਣ ਵਾਲੇ, ਬੈਠਣ ਵਾਲੇ, ਰਿੰਗਣ ਵਾਲੇ, ਸਮੁੰਦਰ ਵਾਲੇ, ਸਾਰਿਆਂ ਦਾ ਨਾਸ਼ ਕਰ ਦਿੱਤਾ, ਸਾਰਿਆਂ ਨੂੰ ਖਤਮ ਕਰ ਦਿੱਤਾ। ਬਾਈਬਲ ਦੇ ਵਿੱਚ ਲਗਭਗ 40 ਦਿਨ ਰਾਤਾਂ ਮੀਂਹ ਪਿਆ, ਔਰ ਲਗਭਗ 150 ਦਿਨਾਂ ਤੱਕ ਧਰਤੀ ਦੇ ਉੱਪਰ ਪਾਣੀ ਰਿਹਾ, ਔਰ ਉਸ ਤੋਂ ਬਾਅਦ ਧਰਤੀ ਦੇ ਉੱਪਰ ਜਿਹੜੀ ਆ ਜ਼ਮੀਨ ਸੁੱਕਣੀ ਸ਼ੁਰੂ ਹੋਈ, ਔਰ ਕਸ਼ਤੀ ਨੀਵੀਂ ਹੋਈ, ਨੀਚੇ ਆਈ, ਔਰ ਫਿਰ ਪਰਮੇਸ਼ਵਰ ਨੇ ਦਰਵਾਜ਼ਾ ਓਪਨ ਕੀਤਾ ਖਿੜਕੀ ਦਾ, ਕਿਸ਼ਤੀ ਦਾ, ਔਰ ਉਸ ਤੋਂ ਬਾਅਦ ਨੂਹ ਨੂੰ ਬਰਕਤ ਦਿੱਤੀ। ਫਿਰ ਦੁਬਾਰਾ ਤੋਂ ਯਾਦ ਰੱਖਣਾ, ਫਿਰ ਦੁਬਾਰਾ ਤੋਂ ਇਹ ਆਸ਼ੀਸ਼ ਮਿਲੀ ਆ, ਲੇਕਿਨ ਆਦਮ ਜਿਹੜਾ ਉਹਦੇ ਕਨਸੈਪਟ ਤੋਂ ਬਾਹਰ ਹੋ ਗਿਆ ਸੀਗਾ ਖੁਦਾਵੰਦ ਦੇ, ਫਿਰ ਪਾਣੀ ਦੇ ਨਾਲ ਤਬਾਹ ਕੀਤੀ ਗਈ ਜਿਹੜੀ ਇਨਸਾਨ ਦੀ ਜਿਹੜੀ ਜਰਨੀ ਸੀਗੀ। ਜੋ ਕੁਝ ਪਰਮੇਸ਼ਰ ਨੇ ਬਣਾਇਆ ਸੀ ਉਹਨੂੰ ਪਛਤਾਵਾ ਹੋਇਆ, ਉਹਨੂੰ ਗੁੱਸਾ ਹੋਇਆ, ਉਹਦਾ ਮਨ ਦੁਖੀ ਹੋਇਆ ਕਿ ਮੈਂ ਕੀ ਬਣਾ ਦਿੱਤਾ, ਉਹਨੂੰ ਨਾਸ਼ ਕਰ ਦਿੱਤਾ, ਖਤਮ ਕਰ ਦਿੱਤਾ ਸਾਰਾ ਕੁਝ। ਔਰ ਉਸ ਤੋਂ ਬਾਅਦ ਪਾਣੀ ਦੇ ਨਾਲ ਉਹਨੇ ਦੁਨੀਆ ਨੂੰ ਤਬਾਹ ਕਰ ਦਿੱਤਾ। ਫਿਰ ਇੱਕ ਵਾਅਦਾ ਹੋਇਆ, ਕਹਿੰਦੇ ਮੈਂ ਹੁਣ ਪਰਮੇਸ਼ਵਰ ਨੇ, ਫਿਰ ਜੋ ਤੁਸੀਂ ਪੜੋਗੇ ਨਾ ਇਹ 10-12 ਅਧਿਆਇ ਤੱਕ ਪਹਿਲੇ, ਤੁਹਾਨੂੰ ਫਿਰ ਪਤਾ ਲੱਗਣਾ ਹੈ, ਮੈਂ ਤੁਹਾਨੂੰ ਦੱਸਦਾ। ਫਿਰ ਪਰਮੇਸ਼ਵਰ ਨੇ ਦੇਖਿਆ ਕਿ ਇਨਸਾਨ ਤਾਂ ਸਰੀਰ ਹੀ ਆ, ਮਿੱਟੀ ਆ। ਫਿਰ ਪਰਮੇਸ਼ਵਰ ਨੇ ਇੱਕ ਗੱਲ ਨੂੰ ਸੋਚਿਆ, ਕਹਿੰਦੇ ਮੈਂ ਹੁਣ ਨਾ ਇਨਸਾਨ ਦੇ, ਮੇਰਾ ਆਤਮਾ ਕਹਿੰਦੇ ਇਨਸਾਨ ਦੇ ਵਿਰੋਧ ਦੇ ਵਿੱਚ ਅੱਜ ਤੋਂ ਬਾਅਦ ਨਹੀਂ ਹੋਊਗਾ, ਕਿਉਂਕਿ ਇਨਸਾਨ ਹੈ ਹੀ ਕੀ ਆ, ਮਿੱਟੀ ਆ ਕਹਿੰਦੇ। ਔਰ ਫਿਰ ਪਰਮੇਸ਼ਵਰ ਕਹਿੰਦੇ ਮੈਂ ਹੁਣ ਨਾਸ਼ ਨਹੀਂ ਕਰਾਂਗਾ, ਕਹਿੰਦੇ ਇਹ ਵਾਅਦਾ ਤੁਹਾਡੇ ਮੇਰੇ ਵਿੱਚ ਆ ਪਰਮੇਸ਼ਵਰ ਦਾ। ਔਰ ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਕਹਿੰਦੇ ਮੈਂ ਯਾਦ ਦਿਲਾਉਣ ਦੇ ਲਈ ਇੱਕ ਸਤਰੰਗੀ ਪੀਂਘ ਅਸਮਾਨ ਦੇ ਵਿੱਚ ਦਿਖਾਵਾਂਗਾ, ਸ਼ੋਅ ਕਰਾਂਗਾ। ਉਹ ਇਸ ਲਈ ਹੋਵੇਗੀ ਜਦੋਂ ਬਾਰਿਸ਼ ਤੋਂ ਬਾਅਦ ਹੋ ਜਾਂਦੀ ਹੈ, ਅੱਜ ਤੁਸੀਂ ਤੇ ਮੈਂ ਦੇਖਦੇ ਹਾਂ, ਉਹਦਾ ਬਾਈਬਲ ਦੇ ਵਿੱਚ ਜ਼ਿਕਰ ਹੈ। ਉਹ ਜਦੋਂ ਸਤਰੰਗੀ ਪੀਂਘ ਅਸੀਂ ਦੇਖਦੇ ਹਾਂ, ਉਹ ਪਰਮੇਸ਼ਵਰ ਦਾ ਵਾਅਦਾ ਹੈ ਜਿਹੜਾ ਪਰਮੇਸ਼ਵਰ ਯਾਦ ਦਿਲਾਉਂਦਾ ਆ ਇਨਸਾਨ ਦੇ ਵਿੱਚ ਔਰ ਪਰਮੇਸ਼ਵਰ ਦੇ ਵਿੱਚ ਜੋ ਇੱਕ ਕਮਿਟਮੈਂਟ ਹੋਈ ਆ। ਇਨਸਾਨ ਨੂੰ ਤਾਂ ਨਹੀਂ ਪਤਾ ਸੀਗਾ ਉਦੋਂ, ਪਰ ਪਰਮੇਸ਼ਵਰ ਨੇ ਕਮਿਟਮੈਂਟ ਕੀਤੀ ਸੀਗੀ ਕਿ ਮੈਂ ਹੁਣ ਜਿਹੜੀ ਆ ਆਪਣਾ ਕ੍ਰੋਧ ਜਿਹੜਾ ਲੋਕਾਂ ਦੇ ਉੱਪਰ ਨਹੀਂ ਵਹਾਵਾਂਗਾ, ਹੁਣ ਮੈਂ ਪਾਣੀ ਦੇ ਨਾਲ ਲੋਕਾਂ ਨੂੰ ਨਾਸ਼ ਨਹੀਂ ਕਰਾਂਗਾ। ਹਾਲੇਲੂਇਆ। ਉਹ ਜਿਹੜੀ ਸਤਰੰਗੀ ਪੀਂਘ ਅੱਜ ਵੀ ਤੁਹਾਨੂੰ ਤੇ ਮੈਨੂੰ ਦਿਖਦੀ ਆ ਅਸਮਾਨ ਦੇ ਵਿੱਚ, ਜਦੋਂ ਬਾਰਿਸ਼ ਤੋਂ ਬਾਅਦ ਕਈ ਵਾਰ ਦਿਖਦੀ ਆ, ਉਹ ਪਰਮੇਸ਼ਵਰ ਦਾ ਵਾਅਦਾ ਆ ਜਿਹੜਾ ਤੁਹਾਨੂੰ ਤੇ ਮੈਨੂੰ ਉਹ ਸ਼ੋਅ ਕਰਾਉਂਦਾ ਹੈ। ਹਾਲੇਲੂਇਆ। ਔਰ ਉਸ ਤੋਂ ਬਾਅਦ ਸੁਣਨਾ, ਪਹਿਲਾਂ ਪਰਮੇਸ਼ਵਰ ਨੇ ਆਦਮ ਤੇ ਹਵਾ ਨੂੰ ਇੱਕ ਅਧਿਕਾਰ ਦਿੱਤਾ ਕਿ ਤੁਸੀਂ ਰਾਜ ਕਰੋ, ਤੁਸੀਂ ਹਰ ਇੱਕ ਚੀਜ਼ ਨੂੰ ਆਪਣੇ ਵੱਸ ਦੇ ਵਿੱਚ ਕਰ ਲਓ, ਪਰ ਨਹੀਂ ਹੋਈ। ਨਹੀਂ ਹੋਣ ਦੇ ਕਾਰਨ ਉਹਨਾਂ ਦੇ ਉੱਪਰ ਜਿਹੜਾ ਆ ਇੱਕ ਕ੍ਰੋਧ ਭੜ ਗਿਆ, ਪਰਮੇਸ਼ਵਰ ਨੂੰ ਦੁੱਖ ਹੋਇਆ, ਪਰਮੇਸ਼ਵਰ ਨੂੰ ਪਛਤਾਵਾ ਹੋਇਆ। ਉਸ ਤੋਂ ਬਾਅਦ ਨੂਹ ਤੋਂ ਜਦੋਂ ਫਿਰ ਅੱਗੇ ਲੋਕ ਚੱਲੇ, ਨੂਹ ਦੇ ਪੁੱਤਰ ਧੀਆਂ ਤੋਂ ਗਾਂ ਅੱਗੇ ਪੁੱਤਰ ਧੀਆਂ ਹੋਏ, ਧੀਆਂ ਪੁੱਤਰ ਹੋਏ, ਉਹਨਾਂ ਦੀ ਵਿਆਹ ਸ਼ਾਦੀਆਂ ਹੋਈਆਂ, ਉਹਨਾਂ ਤੋਂ ਫਿਰ ਅੱਗੇ ਦੁਨੀਆ ਚੱਲੀ। ਔਰ ਉਸ ਤੋਂ ਬਾਅਦ ਕੀ ਹੋਇਆ, ਜਦੋਂ ਤੁਸੀਂ ਮੇਰੇ ਨਾਲ ਓਪਨ ਕਰੋਗੇ ਉਤਪਤ ਦਾ ਪੁਸਤਕ, ਉਹਦਾ 9 ਨੰਬਰ ਅਧਿਆਇ, ਉਹਦਾ 1 ਔਰ 2 ਨੰਬਰ ਪੰਕਤੀ। ਫਿਰ ਪਰਮੇਸ਼ਵਰ ਨੇ ਜਦੋਂ ਨੂਹ ਤੋਂ ਫਿਰ ਦੁਬਾਰਾ ਤੋਂ ਲੋਕ ਪੈਦਾ ਹੋਣੇ ਸ਼ੁਰੂ ਹੋਏ, ਨੂਹ ਦੀ ਫੈਮਿਲੀ ਤੋਂ ਅੱਗੇ, ਔਰ ਫਿਰ ਪਰਮੇਸ਼ਵਰ ਨੇ ਕੀ ਗੱਲ ਕੀਤੀ ਆ, ਜਦੋਂ 9 ਨੰਬਰ ਅਧਿਆਇ ਉਤਪਤ ਦਾ ਔਰ ਦਾ 1 ਔਰ 2 ਨੰਬਰ ਪੰਕਤੀ ਨੂੰ ਪੜ੍ਹਦੇ ਆ, ਫਿਰ ਸੁਣਨਾ ਕੀ ਲਿਖਿਆ। ਕਹਿੰਦੇ ਸੋ ਪਰਮੇਸ਼ਵਰ ਨੇ ਨੂਹ ਔਰ ਉਹਦੇ ਪੁੱਤਰਾਂ ਨੂੰ ਇਹ ਆਖ ਕੇ ਆਸ਼ੀਸ਼ ਦਿੱਤੀ, ਪਹਿਲਾਂ ਵੀ ਆਸ਼ੀਸ਼ ਦਿੱਤੀ ਪਰਮੇਸ਼ਵਰ ਨੇ ਆਦਮ ਨੂੰ ਜਦੋਂ ਬਣਾਇਆ, ਕਹਿੰਦੇ ਆਸ਼ੀਸ਼ ਦਿੱਤੀ, ਫਲੋ ਵਧੋ ਤੇ ਧਰਤੀ ਨੂੰ ਭਰ ਦਿਓ। ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਇੱਕ ਆਗਿਆ ਦਿੱਤੀ ਸੀਗੀ ਕਿ ਤੁਸੀਂ ਰਾਜ ਕਰਨਾ, ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ, ਜਾਨਵਰਾਂ ਨੂੰ, ਪੰਛੀਆਂ ਨੂੰ, ਔਰ ਧਰਤੀ ਦੇ ਉੱਪਰ ਜੋ ਕੁਝ ਵੀ ਹੋਊਗਾ ਉਹਨੂੰ ਆਪਣੇ ਵੱਸ ਦੇ ਵਿੱਚ ਰੱਖਣਾ ਹੈ, ਨਾ ਕਿ ਉਹਨਾਂ ਦੇ ਵੱਸ ਦੇ ਵਿੱਚ ਹੋ ਜਾਣਾ, ਬਟ ਉਹ ਉਹਦੇ ਵੱਸ ਦੇ ਵਿੱਚ ਹੋ ਗਏ। ਧਰਤੀ ਦੇ ਉੱਪਰ ਜੋ ਚੀਜ਼ਾਂ ਸੀਗੀਆਂ, ਯਾਨੀ ਕਿ ਸ਼ੈਤਾਨ ਜਾਂ ਸ਼ੈਤਾਨ ਦੀ ਆਵਾਜ਼ ਜਾਂ ਸ਼ੈਤਾਨ ਦੇ ਕੰਮ ਉਹਦੇ ਵੱਸ 'ਚ ਹੋਣ ਦੇ ਕਾਰਨ ਉਹਨਾਂ ਦੇ ਉੱਪਰ ਜਿਹੜਾ ਕਹਿਰ ਵਰਸਿਆ ਪਰਮੇਸ਼ਵਰ ਦਾ, ਸਭ ਨਾਸ਼ ਹੋ ਗਏ, ਸਭ ਖਤਮ ਹੋ ਗਏ। ਔਰ ਫਿਰ ਨੂਹ ਇੱਕ ਧਰਮੀ ਬੰਦਾ ਸੀਗਾ ਜਿਹਦੇ ਦੁਆਰਾ
दोबारा तो जिहदी जिंदगी चों जां जिहदे तो दोबारा तो इंसान दी जिहड़ी आ उत्पत्ति हुई आ। और फिर परमेश्वर ने क्या कहते, सो परमेश्वर ने नूह और उहदे पुत्रां नूं ये आके आशीष दी कि फलो और वधो और धरती नूं भर दिओ। बोलो आमीन, हालेलुया। फिर परमेश्वर ने ओही गल बोली, चेंज नहीं होया, वधो फलो नहीं आया, फलो और वधो। अज सानू इस गल नूं समझण दी जरूरत है कि पहला ਅਸੀਂ ਜਦੋਂ ਫਲਦਾਇਕ ਹੋਵਾਂਗੇ, ਪਵਿੱਤਰ ਆਤਮਾ ਦੇ ਫਲ ਸਾਡੇ ਅੰਦਰ ਨਜ਼ਰ ਆਉਣਗੇ, ਫਿਰ ਅਸੀਂ ਵੱਧ ਸਕਦੇ ਹਾਂ। ਅੱਜ ਹਰ ਕੋਈ ਪਹਿਲਾਂ ਵਧਣ ਨੂੰ ਕਰਦਾ ਹੈ ਤੇ ਫਲ ਨਜ਼ਰ ਨਹੀਂ ਆਉਂਦੇ। ਔਰ ਬਾਈਬਲ ਨੂੰ ਪੜੋ, ਪਰਮੇਸ਼ਵਰ ਨੇ ਕੀ ਤੁਹਾਨੂੰ ਕਰਨ ਦੇ ਲਈ ਕਿਹਾ ਆ। ਕਹਿੰਦੇ ਪਰਮੇਸ਼ਵਰ ਨੇ ਨੂਹ ਔਰ ਉਹਦੀ ਫੈਮਿਲੀ ਨੂੰ ਕੀ ਆਖਿਆ ਆ ਕਿ ਫਲੋ ਵਧੋ ਔਰ ਧਰਤੀ ਨੂੰ ਭਰ ਦਿਓ। ਜਦੋਂ ਅਸੀਂ ਫਲਦਾਇਕ ਹੋਵਾਂਗੇ ਫਿਰ ਅਸੀਂ ਵਧਾਂਗੇ, फिर असी अपने आप को भरांगे और लोगों को भी भरांगे। बोलो आमीन, हालेलुया। कंसेप्ट ਨੂੰ ਸਮਝਣ ਦੀ ਕੋਸ਼ਿਸ਼ ਕਰੋ। परमेश्वर ਦਾ कंसेप्ट ਕੀ ਹੈ ਤੁਹਾਡੀ ਮੇਰੀ ਜ਼ਿੰਦਗੀ ਦੇ ਵਿੱਚ। ਪਹਿਲਾਂ ਉਲਟ ਹੋ ਗਿਆ ਸਾਰਾ, परमेश्वर ਦੇ कंसेप्ट ਤੋਂ ਬਾਹਰ ਹੋ ਗਿਆ, लेकिन ਹੁਣ ਫਿਰ परमेश्वर ਨੇ कंसेप्ट ਰੱਖ ਦਿੱਤਾ ਹੈ ਦੁਬਾਰਾ ਤੋਂ। ਜਦੋਂ ਨੂਹ ਤੋਂ ਚੱਲਿਆ ਇਹ ਜਗਤ ਚੱਲਿਆ, ਇਹ ਸੰਸਾਰ ਚੱਲਿਆ ਦੁਬਾਰਾ ਤੋਂ, ਉਦੋਂ ਫਿਰ परमेश्वर ਨੇ ਇਹੀ कंसेप्ट ਰੱਖਿਆ। और ਅੱਗੇ ਦੇਖੋ ਕੀ ਲਿਖਿਆ, कहते सो परमेश्वर ने नूह और उहदे पुत्रां नूं ये आके आशीष दी कि फलो और वधो और धरती नूं भर दिओ। और लिखिया तुहाडा डर और तुहाडा भै धरती दे हर जानवर उते और हर आकाश दे हर पंछी दे उते और हर एक दे उते जो जमीन दे उते किसरदा आ और समुंदर दियां सारियां मच्छियां उते होवेगा। तुहाडा डर, इंसान दा डर, आत्मक बंदे का डर, धर्मी बंदे का डर हर एक इंसान दे ऊपर, हर एक जानवर दे ऊपर, हर एक पक्षी दे ऊपर और जो कुछ जमीन दे ऊपर हैगा आ, हर एक दे ऊपर तुहाडा डर होना चाहिए, तुहाडा भै होना चाहिए, तुहाडा रुतबा इदा होना चाहिए। बोलो आमीन, हालेलुया। ਜਿਹੜੇ परमेश्वर ਦੇ ईमानदार लोग ਸੀਗੇ, ਇਸ ਤੋਂ ਬਾਅਦ ਜਦੋਂ ਤੁਸੀਂ ਦੇਖਣਾ, जो तुसीं अगे बाइबल में पढ़ोगे तुहानूं पता लगना, जदों इसराइल कौम निकली, परमेश्वर की खास प्रजा हुई, लोगों की जिंदगियां च भै पैदा हो गया, लोगों की जिंदगियां च डर पैदा हो गया। विरोधी जिहड़े राजे सीगे, विरोधी कौम सीगी, जदों उन्हां नूं पता लगा कि इजरायली लोग इथों लंघदे पे आ कनान देश नूं जाण दे लई, और इन्हां दी जिंदगियां च ऐदा दा डर पैदा हो गया। कहंदे उन्हां दा परमेश्वर उन्हां दे लई लड़दा आ, उन्हां दा यहोवा परमेश्वर उन्हां दे लई लड़दा आ, उन्हां नूं जित प्राप्त करवाउंदा आ। कहंदे जिथों लंघदे आ मलिया मेट कर दिंदे आ। ऐदा लोगों की राजियां दी जिंदगियां च डर पैदा हो गया। बोलो आमीन, हालेलुया। तुहाडा डर भी इदां ही इंसान की जिंदगी दे विच, संसार दे उपर रहिंदियां जिंदगियां दे उपर, शैतान दे उपर, शैतान दे दूतां दे उपर तुहाडा डर, तुहाडा भै इदां ही बनिया रहना चाहिए आ। बोलो आमीन, हालेलुया। मलिया मेट करने वाले होने चाहिए असीं, शैतान दे सारे प्लानां नूं खत्म करने वाले होने चाहिए असीं। ऐदां दा जीवन परमेश्वर ने तुहानूं दित्ता, ऐदां दी आशीष दित्ती है परमेश्वर ने। जदों तुसीं पहला नंबर पंक्ति नूं पढ़दे, फिर तुसीं देखो परमेश्वर ने नूह और उहदे पुत्रां नूं आशीष दित्ती। ये आशीष दित्ती है तुहानूं ते मैनूं, समझो इस गल नूं। कहंदे फलो वधो और धरती नूं भर दिओ। पर और लिखिया तुहाडा भै, तुहाडा डर धरती दे जानवरां दे उपर, धरती दे उपर जो कुछ हैगा हर एक दे उपर तुहाडा डर जिहड़ा आ होना चाहिए आ। बोलो हालेलुया। ये आशीष आ परमेश्वर दे बोलो, ये गिफ्ट आ परमेश्वर दे बोलो तुहानूं मिलिया, पर तुसीं समझदे नहीं आ। और उस तो बाद की लिखिया, कहंदे समुंदर दियां सारियां मच्छियां दे उपर तुहाडा जिहड़ा डर होवेगा, हर एक दे उपर। कहंदे ओ तुहाडे वस दे विच कीते गए हन। बोलो आमीन, हालेलुया। फिर दोबारा तो तुहाडे वस दे विच कर दित्ते आ, काहदे लई कि असीं ओहदे उपर राज करिए। पौलुस कहंदा मैं जो करना चाहता वो मेरे तो नहीं हुंदा, मतलब उन्हें उदाहरण दी, अपने लिए नहीं दसिया कि जो मैं करना चाहता वो मेरे तो नहीं हुंदा, जो मैं नहीं करना चाहता वो मेरे तो हो जाता। इट मीनस पाप राज करदा पिया है, पाप दा बीज जिहड़ा अंदर हैगा आ हल्ले भी। सानू लगदा कि असीं खत्म कर दिता, असीं कट ऑफ कर दिता आ, असीं ब्रेकअप कर दिता आ, असीं डिलीट कर दिता, असीं ब्लॉक कर दिता आ, पर कहंदे इत्थे हल्ले भी वो राज करदा पिया है। इसलिए कहते मैं जो नहीं करना चाहता वो हुंदा आ, और जो मैं करना चाहता वो मेरे तो हुंदा नहीं है। कहते पाप राज करदा पिया है। हालेलुया। खुदावंद ने की किया, ये सारियां वस्तुआं तुहाडे वस दे विच कर दित्तियां आ, तुहानूं इन्हां दे वस च नहीं कीता, पर अज हुण फिर उल्ट हो गया है काम। कंसेप्ट तो बाहर हो गया इंसान, फिर ये दूसरी बार हो गया। और दूसरी बार हुण पानी दे नाल तां तबाही नहीं होनी है लोकां दी, हुण अग दे नाल होनी है।
ਕਹਿੰਦੇ ਜੋ ਖੁਦਾ ਦੀ ਰਜ਼ਾ ਦੇ ਵਿੱਚ ਨਹੀਂ ਰਹਿੰਦਾ, ਖੁਦਾ ਦੇ ਵਚਨਾਂ ਦੇ ਅਨੁਸਾਰ ਨਹੀਂ ਚੱਲਦਾ, ਉਹ ਅੱਗ ਦੇ ਨਾਲ, ਅੱਗ ਦੀ ਝੀਲ ਦੇ ਵਿੱਚ ਸੁੱਟਿਆ ਜਾਵੇਗਾ। ਜਿਹਨੇ ਧਰਤੀ ਦੇ ਉੱਪਰ ਰਾਜ ਨਹੀਂ ਕੀਤਾ, ਧਰਤੀ ਦੀਆਂ ਹਰ ਇੱਕ ਵਸਤੂਆਂ ਨੇ, ਕਣਾਂ ਨੇ, ਜਾਨਵਰਾਂ ਨੇ ਉਹਦੇ ਉੱਪਰ ਰਾਜ ਕਰ ਲਿਆ। ਜਿਹਨੇ ਇਸ ਧਰਤੀ ਦੇ ਉੱਪਰ ਰਹਿੰਦੇ ਹਰ ਇੱਕ ਵਸਤੂ ਨੂੰ ਆਪਣੇ ਵੱਸ 'ਚ ਨਹੀਂ ਕੀਤਾ ਔਰ ਉਹਦੇ ਵੱਸ ਦੇ ਵਿੱਚ ਹੋ ਗਿਆ, ਔਰ ਬਾਈਬਲ ਕਹਿੰਦਾ ਉਹਦਾ ਹਿੱਸਾ ਅੱਗ ਦੀ ਝੀਲ ਦੇ ਵਿੱਚ ਆ, ਜਿੱਥੇ ਰੋਣਾ ਤੇ ਕਚੀਚੀਆਂ ਦਾ ਵਟਣ ਆਇਆ, ਜਿੱਥੇ ਕੀੜਾ ਮਰਦਾ ਨਹੀਂ ਆ। ਹੁਣ ਏਦਾਂ ਤਬਾਹ ਹੋਣੀ ਆ ਦੁਨੀਆ। ਪਹਿਲਾਂ ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ, ਕਹਿੰਦਾ ਫਲੋ ਵਧੋ ਤੇ ਧਰਤੀ ਨੂੰ ਭਰ ਦਿਓ, ਲੇਕਿਨ ਏਦਾਂ ਨਹੀਂ ਹੋਇਆ। ਫਲਦਾਰ ਕਿੱਦਾਂ ਹੋਣਾ ਸੀ, ਫਲਦਾਇਕ ਕਿੱਦਾਂ ਹੋਣਾ ਸੀ ਆਦਮ ਔਰ ਹਵਾ ਨੇ, ਜਦੋਂ ਉਹਨਾਂ ਨੇ ਪਰਮੇਸ਼ਵਰ ਦੀ ਰਜ਼ਾ ਦੇ ਵਿੱਚ ਹੀ ਰਹਿਣਾ ਸੀਗਾ, ਜਦੋਂ ਫਲ ਨਹੀਂ ਖਾਣਾ ਸੀਗਾ, ਜਦੋਂ ਪਰਮੇਸ਼ਵਰ ਦੀ ਆਗਿਆ ਦੇ ਵਿੱਚ ਬਣੇ ਰਹਿਣਾ ਸੀਗਾ, ਜਦੋਂ ਹਰ ਇੱਕ ਵਸਤੂ ਦੇ ਉੱਪਰ ਉਹਨਾਂ ਨੇ ਰਾਜ ਕਰਨਾ ਸੀਗਾ ਔਰ ਹਰ ਇੱਕ ਵਸਤੂ ਨੂੰ ਆਪਣੇ ਵੱਸ 'ਚ ਰੱਖਣਾ ਸੀਗਾ ਉਹਨਾਂ ਨੇ। ਹਾਲੇਲੂਇਆ। ਪਰਮੇਸ਼ਵਰ ਨੇ ਇੱਕ ਦਾਇਰਾ ਸੈੱਟ ਕਰ ਦਿੱਤਾ ਸੀਗਾ ਕਿ ਆਹ ਇੱਕ ਦਾਇਰਾ ਆ, ਇਸ ਤੋਂ ਇਲਾਵਾ ਕੋਈ ਵਸਤੂ ਤੁਹਾਡੇ ਉੱਪਰ ਆਉਂਦੀ, ਤੁਹਾਡੇ ਅੰਦਰ ਆਉਂਦੀ ਆ, ਉਥੋਂ ਅਲਰਟ ਹੋ ਜਾਣਾ, ਕਿਉਂਕਿ ਸ਼ੈਤਾਨ ਨਹੀਂ ਸੀਗਾ ਇਹਨਾਂ ਦੇ ਕਨਸੈਪਟ ਦੇ ਵਿੱਚ ਔਰ ਇਸ ਦਾਇਰੇ ਦੇ ਵਿੱਚ, ਲੇਕਿਨ ਉਹ ਬਾਹਰੋਂ ਆਇਆ। ਉਦੋਂ ਆਦਮ ਨੂੰ, ਹਵਾ ਨੂੰ ਸਮਝ ਆਣਾ ਚਾਹੀਦਾ ਸੀਗਾ, ਲੇਕਿਨ ਨਹੀਂ ਸਮਝੇ ਔਰ ਇਸੇ ਲਈ ਫਿਰ ਤਬਾਹੀ ਹੋਈ। ਫਿਰ ਨੂਹ ਤੋਂ ਦੁਬਾਰਾ ਚੱਲਿਆ ਔਰ ਫਿਰ ਪਰਮੇਸ਼ਵਰ ਨੇ ਇਹੀ ਆਸ਼ੀਸ਼ ਦਿੱਤੀ ਕਿ ਫਲੋ ਵਧੋ ਔਰ ਧਰਤੀ ਨੂੰ ਭਰ ਦਿਓ, ਔਰ ਤੁਹਾਡਾ ਡਰ ਹੋਣਾ ਚਾਹੀਦਾ ਹੈ। ਹਾਲੇਲੂਇਆ। ਅੱਜ ਜਾਨਵਰਾਂ ਦੇ ਉੱਪਰ ਤਾਂ ਤੁਹਾਡਾ ਡਰ ਹੈਗਾ ਆ, ਈਵਨ ਤਾਂ ਕਿ ਇੱਕ ਹਾਥੀ ਆ, ਕਿੰਨਾ ਵੱਡਾ ਹਾਥੀ ਹੁੰਦਾ ਆ, ਹਾਂ, ਘੋੜਾ ਆ, ਊਂਠ ਆ, ਹਰ ਇੱਕ ਇਨਸਾਨ ਦੇ ਵੱਸ ਦੇ ਵਿੱਚ ਆ। ਇਨਸਾਨ ਉਹਨੂੰ ਆਪਣੇ ਵੱਸ ਦੇ ਵਿੱਚ ਕਰ ਸਕਦਾ ਹੈ, ਚਾਹੇ ਉਹਨੂੰ ਪਾਲਤੂ ਬਣਾ ਕੇ, ਚਾਹੇ ਵੈਸੇ ਵੀ ਉਹਨੂੰ ਡਰਾਉਂਦਾ ਤੇ ਉਹ ਡਰ ਜਾਂਦੇ ਆ। ਜਾਨਵਰ, ਪਕਸ਼ੀ ਕਦੀ ਵੀ ਤੁਹਾਡੇ ਕੋਲ ਨਹੀਂ ਆਣਗੇ, ਹਾਂ, ਚਾਹੇ ਉਹ ਧਰਤੀ ਤੇ ਰੇਂਗਣ ਵਾਲੇ ਆ, ਹਾਂ, ਚਾਹੇ ਉਹ ਉੱਡਣ ਵਾਲੇ ਆ, ਚਾਹੇ ਉਹ ਧਰਤੀ ਤੇ ਰਹਿਣ ਵਾਲੇ, ਚਾਹੇ ਰੇਂਗਣ ਵਾਲੇ ਆ, ਕੋਈ ਵੀ ਤੁਹਾਡੇ ਵੱਸ 'ਚ ਨਹੀਂ ਆ ਵੀ ਤੁਸੀਂ ਉਹਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲਓ, ਲੇਕਿਨ ਤੁਹਾਡੇ ਡਰ ਦੇ ਵਿੱਚ ਹੈਗੇ ਆ। ਇਨਸਾਨ ਤੋਂ ਡਰਦੇ ਆ। ਹਾਲੇਲੂਇਆ। ਇਹ ਪਰਮੇਸ਼ਵਰ ਦੇ ਦੁਆਰਾ ਆਸ਼ੀਸ਼ ਮਿਲੀ ਹੈ, ਲੇਕਿਨ ਅੱਜ ਦਾ ਇਨਸਾਨ ਫਿਰ ਕਨਸੈਪਟ ਤੋਂ ਬਾਹਰ ਜਾ ਰਿਹਾ ਹੈ। ਪਰਮੇਸ਼ਵਰ ਨੇ ਕਿਹਾ ਕਿ ਤੁਸੀਂ ਰਾਜ ਕਰਨਾ ਹੈ, ਨਾ ਕਿ ਇਹ ਗੱਲਾਂ ਤੁਹਾਡੇ ਉੱਪਰ ਰਾਜ ਕਰਨ, ਸੰਸਾਰ ਦੀਆਂ, ਸਰੀਰ ਦੀਆਂ, ਪੈਸਾ, ਲਾਲਚ, ਧਨ ਦੌਲਤ, ਪਰਮੇਸ਼ਵਰ ਦੇ ਪਿਆਰ ਤੋਂ ਵੱਧ ਕੇ ਕੋਈ ਹੋਰ ਵਸਤੂ। ਕਹਿੰਦੇ ਇਹ ਚੀਜ਼ਾਂ ਤੁਹਾਡੇ ਉੱਪਰ ਰਾਜ ਨਹੀਂ ਕਰਨੇ ਚਾਹੀਦੀਆਂ। ਬਟ ਹੁਣ ਹੋਣਾ ਸ਼ੁਰੂ ਹੋ ਗਿਆ ਹੈ, ਹੁਣ ਹੋਣਾ ਸ਼ੁਰੂ ਹੋ ਗਿਆ ਹੈ। ਮੈਨੂੰ ਲੱਗਦਾ ਹੈ ਕਿ ਪਰਮੇਸ਼ਵਰ ਨੂੰ ਫਿਰ ਹੁਣ ਪਛਤਾਵਾ ਹੋ ਰਿਹਾ ਹੈ ਕਿ ਮੈਂ ਅਗਰ ਨੂਹ ਤੋਂ ਵੀ ਦੁਬਾਰਾ ਅੱਗੇ ਵੰਸ਼ਾਵਲੀ ਨਾ ਚਲਾਉਂਦਾ ਤੇ ਜ਼ਿਆਦਾ ਗੁੱਡ ਸੀਗਾ। ਜਿੱਦਾਂ ਅੱਜ ਦੇ ਇਨਸਾਨ ਦੀ ਸੋਚ ਬੁਰੀ ਹੋ ਰਹੀ ਹੈ, ਨਸ਼ਾ ਕਰਨ ਵਾਲਾ ਰੋਜ਼ ਨਸ਼ਾ ਕਰਨ ਦੇ ਬਾਰੇ ਸੋਚਦਾ ਹੈ, ਵਿਚਾਰ ਕਰਨ ਵਾਲਾ ਰੋਜ਼ ਵੀ ਵਿਚਾਰ ਕਰਨ ਦੇ ਬਾਰੇ ਸੋਚਦਾ ਹੈ, ਪਾਪ ਕਰਨ ਵਾਲਾ ਰੋਜ਼ ਪਾਪ ਕਰਨ ਦੇ ਬਾਰੇ ਸੋਚ ਰਿਹਾ ਹੈ, ਜਿਹੜਾ ਗਰੀਬ ਹੈ ਉਹ ਅਮੀਰ ਹੋਣ ਦੇ ਬਾਰੇ ਸੋਚ ਰਿਹਾ ਹੈ, ਜਿਹੜਾ ਅਮੀਰ ਹੈ ਉਹ ਹੋਰ ਅਮੀਰ ਹੋਣ ਦੇ ਬਾਰੇ ਸੋਚਦਾ ਪਿਆ ਹੈ। ਇਨਸਾਨ ਦੀ ਜਿਹੜੀ ਸੋਚ ਆ ਦਿਨ ਪ੍ਰਤੀ ਦਿਨ ਬੁਰੀ ਹੁੰਦੀ ਜਾ ਰਹੀ ਹੈ, ਗਲਤ ਹੁੰਦੀ ਜਾਂਦੀ ਹੈ, ਬੁਰੀ ਹੁੰਦੀ ਜਾਂਦੀ ਪਈ ਹੈ, ਔਰ ਇਸ ਲਈ ਪਰਮੇਸ਼ਵਰ ਨੂੰ ਮੈਨੂੰ ਲੱਗਦਾ ਕਿ ਅੱਜ ਫਿਰ ਤੋਂ ਪਛਤਾਵਾ ਹੋ ਰਿਹਾ ਹੈ। ਹਾਲੇਲੂਇਆ। ਤੁਸੀਂ ਆਪਣੀ ਜ਼ਿੰਦਗੀ ਦੇ ਵੱਲ ਧਿਆਨ ਦਿਓ। ਪਰਮੇਸ਼ਵਰ ਨੇ ਪਾਕ ਰੂ ਤੁਹਾਨੂੰ ਦਿੱਤਾ, ਪਰਮੇਸ਼ਵਰ ਨੇ ਤੁਹਾਡੀ ਸਮਝ ਨੂੰ ਖੋਲਿਆ, ਪਰਮੇਸ਼ਵਰ ਨੇ ਤੁਹਾਨੂੰ ਸਿਖਾਇਆ ਪ੍ਰਾਰਥਨਾ ਕਰਨਾ, ਬਾਈਬਲ ਪੜ੍ਹਨਾ, ਚਰਚ ਆਉਣਾ, ਚਰਚ ਦੇ ਵਿੱਚ ਰਹਿਣਾ, ਉੱਠਣਾ ਬਹਿਣਾ ਪਰਮੇਸ਼ਵਰ ਨੇ ਸਿਖਾਇਆ। ਔਰ ਕੀ ਅਸੀਂ ਉਦਾਂ ਹੀ ਚੱਲਦੇ ਪਏ ਹਾਂ ਜਿੱਦਾਂ ਆਦਮ ਨੂੰ ਪਰਮੇਸ਼ਵਰ ਨੇ ਸਿਖਾਇਆ? ਬਾਗ ਦੇ ਵਿੱਚ ਰਹਿਣਾ ਕਿੱਦਾਂ ਆ, ਉਹਦੀ ਰਜ਼ਾ ਦੇ ਵਿੱਚ ਰਹਿਣਾ ਕਿੱਦਾਂ ਆ, ਹਵਾ ਨੂੰ ਸਿਖਾਇਆ, ਔਰ ਅੱਜ ਤੁਹਾਨੂੰ ਤੇ ਮੈਨੂੰ ਸਿਖਾਇਆ। ਜਦੋਂ ਅਸੀਂ ਆਤਮਾ ਨਹੀਂ ਪਾਇਆ ਸੀਗਾ, ਜਦੋਂ ਅਸੀਂ ਪ੍ਰਭੂ ਦੇ ਵਿੱਚ ਨਹੀਂ ਸੀਗੇ, ਉਦੋਂ ਨਹੀਂ ਪਤਾ ਸੀ, ਲੇਕਿਨ ਪਰਮੇਸ਼ਵਰ ਨੇ ਤੁਹਾਨੂੰ ਤੇ ਮੈਨੂੰ ਚੁਣਿਆ। ਚੁਣਨ ਤੋਂ ਬਾਅਦ ਉਹਨੇ ਸਾਡੀ ਬੰਦ ਸਮਝ ਨੂੰ ਖੋਲਿਆ ਤਾਂ ਜੋ ਅਸੀਂ ਇਕਲੌਤੇ ਪਰਮੇਸ਼ਵਰ ਨੂੰ, ਮੁਕਤੀ ਦਾਤਾ ਜੋ ਧਰਤੀ ਦਾ ਆ, ਸੰਸਾਰ ਦਾ, ਉਹਨੂੰ ਅਸੀਂ ਜਾਣ ਸਕੀਏ। ਔਰ ਉਹਨੇ ਸਾਨੂੰ ਸਮਝ ਬਖਸ਼ੀ, ਕਈਆਂ ਨੂੰ ਨਸ਼ੇ ਤੋਂ ਆਜ਼ਾਦ ਕੀਤਾ, ਕਈਆਂ ਨੇ ਗਲਤ ਕੰਮਾਂ ਤੋਂ ਆਜ਼ਾਦ ਕੀਤਾ, ਕਈਆਂ ਨੂੰ ਕੇਸਾਂ ਤੋਂ ਆਜ਼ਾਦ ਕੀਤਾ, ਕਈਆਂ ਨੂੰ ਬੜੀ ਵੱਡੀ ਪ੍ਰੋਬਲਮਾਂ ਤੋਂ ਆਜ਼ਾਦ ਕੀਤਾ, ਬਿਮਾਰੀਆਂ ਤੋਂ ਆਜ਼ਾਦ ਕੀਤਾ। ਪਰਮੇਸ਼ਵਰ ਨੇ ਤੁਹਾਨੂੰ ਚੁਣਿਆ। ਹਾਲੇਲੂਇਆ। ਕਿ ਅੱਜ ਪਰਮੇਸ਼ਵਰ ਖੁਸ਼ ਹੈ? ਤੁਸੀਂ ਆਪਣੀ ਜ਼ਿੰਦਗੀ ਦੇ ਵੱਲ ਧਿਆਨ ਦਿਓ। ਮੈਂ ਇਹ ਨਹੀਂ ਕਹਿੰਦਾ ਕਿ ਧਰਤੀ ਦੇ ਉੱਪਰ ਦੁਬਾਰਾ ਤੋਂ ਪਰਮੇਸ਼ਵਰ ਨੂੰ ਪਛਤਾਵਾ ਹੋਇਆ। ਮੈਨੂੰ ਲੱਗਦਾ ਕਿ ਅੱਜ ਪਰਮੇਸ਼ਵਰ ਨੂੰ ਤੁਹਾਡੇ ਚੁਣੇ ਜਾਣ ਦੇ ਉੱਤੇ ਪਛਤਾਵਾ ਤਾਂ ਨਹੀਂ, ਕਿ ਪਰਮੇਸ਼ਵਰ ਨੇ ਤੁਹਾਨੂੰ ਚੁਣ ਕੇ ਗਲਤੀ ਕੀਤੀ,
कि परमेश्वर ने तुहानू अपनी हजूरी दे विच बुला के गलती की कि यही किरपा किसी होर ते करदा ते अज वो पुरानी खुदाबंद दे काम करदा हुंदा, खुदाबंद दे विच वफादारी दे विच बणिया रहिंदा और परमेश्वर दे नाम नू फैलाउंदा, परमेश्वर दे वचन नू फैलाउंदा। किते परमेश्वर नू ये रंज तां नहीं होया, परमेश्वर ने पछतावा तां नहीं होया कि उन्हें तुहानू चुन के गलती कीती है। अज इस गल दे उपर ध्यान देने की जरूरत है। परमेश्वर ने सानू राज करन दे लई चुनिया, परमेश्वर ने सानू धरती दे उपर जो कुछ भी हैगा उन्होंने अपने वस दे विच करन दे लई चुनिया। हालेलुया। किते ओनू चुने जाण दे उपर ओनू पछतावा ना होवे कि मैं इस इंसान नू क्यों चुनिया, या इस भैन नू मैं क्यों चुनिया, इस भरा नू मैं क्यों चुनिया, यही किरपा मैं किसी होर ते करदा हां। हालेलुया। ਜਦੋਂ ਤੁਸੀਂ ਉਹਦੇ ਪਲਾਨ ਦੇ ਉੱਪਰ ਸਹੀ ਨਹੀਂ ਨਾ ਉਤਰਦੇ ਫਿਰ ਉਹਨੂੰ ਪਛਤਾਵਾ ਹੁੰਦਾ। ਜਦੋਂ ਪਰਮੇਸ਼ਵਰ ਤੁਹਾਨੂੰ ਗਾਉਣ ਦਾ ਗਿਫਟ ਦਿੰਦਾ, ਪਰਮੇਸ਼ਵਰ ਤੁਹਾਨੂੰ ਬਜਾਉਣ ਦਾ ਗਿਫਟ ਦਿੰਦਾ ਔਰ ਉਹ ਪਰਮੇਸ਼ਵਰ ਦੇ ਕਨਸੈਪਟ ਦੇ ਵਿੱਚ ਆ ਤੁਸੀਂ, ਪਰ ਉਸ ਦੌਰਾਨ ਜਦੋਂ ਤੁਸੀਂ ਆਸ਼ਕੀ ਦੇ ਵਿੱਚ ਪੈ ਜਾਂਦੇ ਆ, ਜਦੋਂ ਤੁਸੀਂ ਸੰਸਾਰਿਕ ਪਿਆਰ ਦੇ ਵਿੱਚ ਪੈ ਜਾਂਦੇ ਆ ਔਰ ਜਦੋਂ ਤੁਸੀਂ ਉਹ ਰਿਸ਼ਤਾ ਜੋੜ ਲੈਨੇ ਜਿਹੜਾ ਧਰਤੀ ਦੇ ਉੱਪਰ ਰਹਿੰਦੇ ਆ ਜੁੜਨਾ ਸੰਭਵ ਨਹੀਂ ਆ, ਤੁਸੀਂ ਧੱਕੇ ਨਾਲ ਜੋੜ ਲੈਨੇ ਆ ਔਰ ਪਰਮੇਸ਼ਵਰ ਦੇ ਕੰਮ ਤੋਂ ਸਾਈਡ ਦੇ ਉੱਤੇ ਹੋ ਜਾਂਦੇ ਆ, फिर परमेश्वर नू जिहड़ा आ पछतावा हुंदा तुहाडे चुने जाण ते कि काश कि मैं किसी होर परसन नू चुनदा, होर किसी भैन नू चुनदा या भरा नू चुनदा, वो मेरे कामां दे विच लगा रहिंदा, वो मेरे काम करन दे विच लगा रहिंदा और मैं उहनूं इन्ना क तराशदा और उहनूं इन्ना क अभिषेक दिंदा, ओहदी जुबान नूं इन्ना क ब्लेस करदा कि ओहदे गाउण दे द्वारा बंधन टुटदे। हालेलुया। ਉਹਦੇ ਗਾਉਣ ਦੇ ਦੁਆਰਾ ਸ਼ੈਤਾਨ ਦੇ ਜਿਹੜੇ ਬੰਧਨ ਟੁੱਟਦੇ, ਦੁਸ਼ਟ ਆਤਮਾਵਾਂ ਚੀਕਾਂ ਮਾਰਦੀਆਂ। ਹਾਲੇ ਅਸੀਂ ਅੱਧਾ ਸਫ਼ਰ ਵੀ ਨਹੀਂ ਤੈਅ ਕੀਤਾ ਸੀ ਔਰ ਸਾਨੂੰ ਆਸ਼ਕੀ ਦਾ ਭੂਤ ਚਿੰਬੜ ਗਿਆ। ਚਾਹੇ ਉਹ ਗਾਉਣ ਵਾਲਾ ਚਾਹੇ ਬਜਾਉਣ ਵਾਲਾ ਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਪਰਮੇਸ਼ਵਰ ਨੂੰ ਪਛਤਾਵਾ ਹੋਇਆ ਹੈ ਤੁਹਾਡੀ ਜ਼ਿੰਦਗੀ ਤੋਂ, ਪਰਮੇਸ਼ਵਰ ਨੂੰ ਪਛਤਾਵਾ ਹੋਇਆ ਤੁਹਾਡੇ ਚੁਣੇ ਜਾਣ ਤੋਂ। ਜਿੱਦਾਂ ਪਰਮੇਸ਼ਵਰ ਨੂੰ ਆਦਮ ਦੇ ਬਣਾਉਣ ਦੇ ਉੱਤੇ ਪਛਤਾਵਾ ਹੋਇਆ, ਧਰਤੀ ਦੀ ਸਾਰੀ ਸ੍ਰਿਸ਼ਟੀ ਜੋ ਉਹਨੇ ਰਚੀ ਆ ਉਹਨੂੰ ਬਣਾਉਣ ਦੇ ਉੱਤੇ ਉਹਨੂੰ ਪਛਤਾਵਾ ਹੋਇਆ। ਕਿਉਂ? ਕਿਉਂਕਿ ਇਨਸਾਨ ਦੀ ਜਿਹੜੀ ਸੋਚ ਆ ਸਾਰਾ ਦਿਨ ਬੁਰੀ ਰਹਿੰਦੀ ਸੀ ਔਰ ਅੱਜ ਵੀ ਉਹ ਸਮਾਂ ਆ ਗਿਆ ਆ, ਇਨਸਾਨ ਦੀ ਸੋਚ ਜਿਹੜੀ ਆ ਬੁਰੀ ਹੀ ਬੁਰੀ ਆ, ਸਵਾਰਥੀ ਹੋ ਗਿਆ ਹੈ ਇਨਸਾਨ। ਔਰ ਫਿਰ ਤੋਂ ਮੈਨੂੰ ਲੱਗਦਾ ਕਿ ਉਹ ਸਮਾਂ ਆ ਰਿਹਾ ਜੋ ਬਾਈਬਲ ਸਾਨੂੰ ਕਹਿੰਦਾ ਨਵੇਂ ਨਿਯਮ ਦੇ ਵਿੱਚ ਕਿ ਇਸ ਵਾਰ ਜਿਹੜੀ ਦੁਨੀਆ ਆ ਅੱਗ ਦੇ ਨਾਲ ਤਬਾਹ ਹੋਣੀ ਆ। ਜਦੋਂ ਸਦੂਮ ਤੇ ਅਮੂਰਾ ਦਾ ਹਾਲ ਕਹਿੰਦੇ ਚੱਲਣ ਜੋਗਾ ਹੋਗਾ, ਪਰ ਉਹ ਸਿਗਾ ਨਹੀਂ ਚੱਲਣ ਵਾਲਾ। ਆਕਾਸ਼ ਤੋਂ ਅੱਗ ਉਤਰੀ ਉਸ ਪਿੰਡ ਦੇ ਵਿੱਚ, ਉਸ ਸ਼ਹਿਰ ਦੇ ਵਿੱਚ, ਉਸ ਜ਼ਿਲ੍ਹੇ ਦੇ ਵਿੱਚ ਜਿਹਦਾ ਨਾਮ ਸਦੂਮ ਤੇ ਅਮੂਰਾ ਸੀਗਾ ਔਰ ਸਾਰੇ ਲੋਕ ਅੱਗ ਦੇ ਨਾਲ ਭਸਮ ਹੋਏ, ਸਾਰੇ ਲੋਕਾਂ ਦਾ ਸੰਸਕਾਰ ਹੋਇਆ, ਸਾਰੇ ਲੋਕ ਜੀਂਦੇ ਸੜ ਗਏ। ਪਰਮੇਸ਼ਵਰ ਦਾ ਕ੍ਰੋਧ ਉਹਨਾਂ ਦੇ ਉੱਪਰ ਭੜਕਿਆ। ਉਹ ਵੀ ਏਦਾਂ ਨਹੀਂ, ਬਾਈਬਲ ਕਹਿੰਦਾ ਉਹਨਾਂ ਦੇ ਪਾਪ ਦਾ ਰੌਲਾ ਜਿਹੜਾ ਪਰਮੇਸ਼ਵਰ ਦੇ ਹਜ਼ੂਰੇ ਪਹੁੰਚ ਗਿਆ कि वह भी दिन प्रतिदिन पाप 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 अपनी इच्छा अपनी बुराई दे विच फसे रहंदे सीगे। और फिर उन्हां दा रौला जदों परमेश्वर दे हजूरे पहुंचा तां फिर परमेश्वर ने लूत नूं बचाया क्योंकि फिर खुदा नूं ओह धर्मी बंदा लभा। हालेलुया। ते अज ध्यान देने की जरूरत है, इनू इग्नोर नहीं करना, अणसुणिया नहीं करना, ध्यान देना। अज रूपाक तुहाडे नाल गल कर रहा, अज पवित्र आत्मा तुहाडे नाल गल करदा पिया आ, अज खुदावन तुहाडे नाल गल करदा आ, तुहाडीआं गलतियां तुहाडे सामने आ रहीआं आ, तुहानूं एहसास हो रहा है कि तुसीं सही नहीं चल रहे जिद्दां खुदा ने तुहानूं चुनन दे लई किहा, चुनन तो बाद तुहानूं चलण दे लई किहा, तुहानूं बनाउण तो बाद खुदा ने तुहानूं चलण दे लई किहा। तुहाडी बंद समझ जदों खुदा ने खोलिया तुहानूं पता लगा मसीह दे विच चलना किद्दां, मसीह दे विच बैठना किद्दां, मसीह दे विच उठना किद्दां, मसीह दे काम किद्दां करने। मैं कहंदा मुबारक वो बंदा आ जिन्हों खुदा चुनदा आ, जिन्हों खुदा गिफ्ट दिंदा आ, चाहे गाउण दा होवे, चाहे बजाउण दा होवे, चाहे प्रीचिंग करन दा होवे, चाहे प्रोफेसी करन दा होवे, चाहे हीलिंग करन दा होवे। मैं कहना किन्ना धन वो बंदा है क्योंकि खुदा दी नजरां उहदे उपर बणियां रहिंदियां हैं। हालेलुया। उम्मीद करदा तुसीं समझ पा रहे हैं। अज भी इंसान कंसैप्ट तो बाहर हो रहा है, तां ही ये प्रॉब्लम्स जड़ियां उहदी जिंदगी दे विच आ रही हैं। हुण समा आ गया फिर तो छांटी करन दा, छानना लगण दा, फिर तो वेला आ गया है हुण कि अग दे नाल जिहड़ी दुनिया तबाह होनी है। क्यों? क्योंकि लोग खुदाबंद दे कंसैप्ट तो बाहर हो गए हैं। उन्हें आशीष जो दित्ती है उहदे उपर खरे उतरो, फलो वधो ते धरती नूं भर दिओ, खुदाबंद दे वचन दे नाल भर दिओ।
खुदावन के अभिषेक दे नाल भर दिओ, खुदावन दी अग दे नाल भर दिओ। हालेलुया। इस गल दे उपर ध्यान देने की जरूरत है। उम्मीद करदा हां तुहानूं समझ आई अज दे वचन दे द्वारा, और जे तुसीं खरे उतरोगे ते मैं कहना आशीष तुहाडी है। बोलो आमीन। हालेलुया। जे इहनूं अणसुणिया कर दिता, जे तुसीं भुल गए ते फिर तुहाडा हिस्सा भी अग दी झील दे विच। खुदावंद बार बार नहीं गल करते, याद रखना ये भी मेरी गल। खुदावंद बार बार नहीं गल करते कि तुहानूं लगेगा कि परमेश्वर बार बार मैनूं कह रहा, बार बार कदों कह रहे, जो दिल ते गल वजदी हो, जो पता लगता है कि वाकई ये तो गल्लां मेरे नाल होईयां आ, जो पास्टर के द्वारा खुदा कह रहा, पवित्र आत्मा कह रहा है, ये तो मैनूं इदां लगदा जिद्दां मेरे नाल ही गल हुंदी पई आ, कि मैं सही नहीं चल रहा, मैं सही नहीं चलदी पई, जिद्दां खुदा ने मैनूं चुनिया, जिद्दां कहा। इस गल के उपर ध्यान देने की जरूरत है। असीं इस काबिल तो नहीं है कि परमेश्वर सीधी साडे नाल गल करे, जिद्दां आदम दे नाल करदा सी, नूह दे नाल करदा सी, एलिया एलीशा होना दे नाल करदा सीगा। असीं इस काबिल नहीं है। वो समा कुछ होर सीगा, अज समा कुछ होर आ। वो अपने चुने हुए दे नाल इदां गल करदा, रूबरू भी करदा, बैठ के भी करदा है, जिद्दां अज तुसीं मैनूं सुणदे पे इदां भी खुदावंद गल करदा है, पर वो अपने चुने हुए लोगों के द्वारा या चुने हुए लोगों के नाल। पर जिहड़े बाकी लोग आ, जिद्दां मोसेस दे द्वारा हुंदा सीगा, प्रजा खड़ी हुंदी सीगी पहाड़ तो दूर, और मोसेस दे नाल खुदा गल करदा सीगा, फिर मोसेस लोकां दे नाल गल करदा सीगा। जे लोकां ने परमेश्वर दे नाल गल करनी हुंदी सीगी तां फिर लोग मोसेस दे नाल गल करदे सीगे, ते मोसेस फिर परमेश्वर दे नाल गल करदा सीगा। और अज ओही फिर रीत चली पई है। हालेलुया। परमेश्वर अपने दास नूं अपना मूँह बना के इस्तेमाल करदा है। जे तुसीं आवाज सुनदे हैं, जे शब्द सुनदे हैं, ते परमेश्वर दे द्वारा है, पास्टर दे द्वारा। पास्टर दी पढ़ास नहीं है ये, जे तुहानूं लगे कि पास्टर अपनी पढ़ास कढदा पिया आ, मैं पास्टर ने की लेना इंसान तो, चाहे वह पाप दी दलदल दे विच भी खुभ जावे। जो पछतावा खुदा नूं हुंदा उस इंसान दे प्रति, उही पछतावा पास्टर नूं भी हुंदा है। पर एक गल याद रखना कि परमेश्वर नूं जदों तौबा करने वाले की जिंदगी तो खुशी हुंदी है, उदां ही खुशी पास्टर नूं भी हुंदी है कि वो इंसान बच गया, वो इंसान ने तौबा कर ली, वो इंसान चल पिया, वो इंसान खड़ गया, वो इंसान वध गया खुदा दे विच। बोलो आमीन। हालेलुया। इस गल दे उपर ध्यान देने की जरूरत है, गौर करना। मैं विश्वास करदा हां अज दा वचन तुहाडी जिंदगियां दे विच काम करेगा बहुत आयत दे नाल। बोलो आमीन। हालेलुया। अगर तुहाडा प्रार्थना निवेदन है तो तुसीं अपना प्रार्थना निवेदन चर्च के व्हाट्सएप नंबर के उपर सेंड कर सकते हैं, ईमेल के उपर कर सकते हैं, और जो भी सोशल साइट्स हैगियां तुसीं उन्हां दे उपर अपना प्रार्थना निवेदन भेज सकते हैं। वो प्रार्थना निवेदन मेरे तक पहुंच जाएगा, और उस दौरान फिर असीं बरकत पावांगे, तुसीं बरकत पाओगे। तुहाडे लई बड़े बोझ दे नाल प्रार्थना की जाएगी। आइए अपनी अखां नूं बंद करिए, आखिरी प्रार्थना दे विच चलदे हैं, बरकत दी प्रार्थना दे विच चलदे हैं। सच्चा जिंदा मेहरबान खुदावंद पिता परमेश्वर, प्रभु यीशु मसीह दे जिंदा नाम च तुहाडा शुक्र करदे इस बड़े ही आदरयोग समय दे लई, जिहदे विच तुसीं अपने रूपाक दी जुम्बिश दे द्वारा साडे नाल गलबात कीती है। मेरे प्रभु अपने लोगां दे नाल सानू दस्सिया है कि तुसीं सानू आशीष दित्ती है कि फलो वधो और धरती नूं भर दिओ। मेरे प्रभु असीं फलदायक हो जाइए, वधन वाले हो जाइए खुदावंद, और धरती नूं भरन वाले हो जाइए प्रभु, तुहाडे कम्मां दे नाल, तुहाडी गल्लां दे नाल, तुहाडे वचन दे नाल। मेरे प्रभु जी दिल की गहराई तो तुहाडा शुक्र अदा करदे। कोई बीमार अगर प्रार्थना नूं सुणदे चंगा हो जावे यीशु मसीह दे नाम दे विच, कोई दुखी आ अगर वचन नूं सुणदा ध्यान दे नाल यीशु मसीह दे नाम च अपने दुखां तो आजाद हो जावे प्रभु। वो लाइलाज बीमारियां जिन्हां दे लई डॉक्टर ने मना कर दिता, यीशु मसीह दे नाम दे विच इसी समय चंगे हो जाण तुहाडे लोग। मेरे प्रभु पवित्र बाइबल कहंदा विश्वास दे द्वारा कीती गई दुआ जिहड़ी आ, प्रार्थना आ जिहड़ी, वो बीमार नूं उठा खड़ा करेगी। यीशु मसीह दे नाम दे विच उठ खड़े होवो, यीशु मसीह दे नाम दे विच उठ खड़े होवो। मैं विश्वास दे विच होके खुदावंद दुआ मंगदा हां, बीमार लोग चंगे होण। इन्हां सारी गल्लां दे दौरान तुहाडा नाम महिमा और सलाल पावे। शुक्रगुजार हां सारियां गल्लां बातां दे लई। प्रार्थना नूं सुण लिया, आशीष और बरकत दित्ती। अज दा वचन साडे दिलां दे विच राज करे। शुक्रगुजारी दे नाल प्रार्थना नूं यीशु दे नाम विच मंगदे हां, आमीन। गॉड ब्लेस। खुदाबंद तुहानूं बहुत आयत दे नाल आशीष और बरकत देवे। मैं पास्टर ऑस्टिन सैमुअल खुदाबंद यीशु मसीह दे जिंदा नाम दे विच तुहानूं शांति देना है। कबूल करो, अपने दिलां नूं ओपन करो खुदाबंद दे लई,
ਬਾਈਬਲ ਕਹਿੰਦਾ ਜਦ ਅੱਜ ਅਗਰ ਤੁਸੀਂ ਖੁਦਾਵੰਦ ਦੀ ਆਵਾਜ਼ ਨੂੰ ਸੁਣੋ ਤੇ ਆਪਣੇ ਦਿਲਾਂ ਨੂੰ ਕਠੋਰ ਨਹੀਂ ਕਰਨਾ, ਨਮਰ ਕਰਨਾ ਆ। ਵਚਨ ਦਾ ਬੀਜ ਡਿੱਗਿਆ ਆ, ਜਿਹੜੀ ਨਰਮ ਧਰਤੀ ਆ, ਨਰਮ ਜ਼ਮੀਨ ਆ, ਉਹਦੇ ਉੱਪਰ ਹੀ ਬੀਜ ਨੇ ਉਗਣਾ ਹੈ ਔਰ ਜਲਦੀ ਉਗਣਾ ਆ। ਔਰ ਖੁਦਾਵੰਦ ਤੁਹਾਨੂੰ ਰਿਜ਼ਲਟ ਦੇਗਾ, ਪੋਜ਼ਿਟਿਵ ਰਿਜ਼ਲਟ ਦੇਗਾ, ਤੁਹਾਨੂੰ ਬਚਾ ਲੇਗਾ। ਖੁਸ਼ੀਆਂ ਹੋ ਅਗਰ ਤੁਸੀਂ ਤੌਬਾ ਕਰਕੇ ਖੜਦੇ ਆ, ਉਹ ਖੁਸ਼ੀਆਂ ਤੁਹਾਡੇ ਤੋਂ ਆਨੰਦਿਤ ਆ ਅਗਰ ਤੁਸੀਂ ਸਹੀ ਰੀਤੀ ਦੇ ਨਾਲ ਚੱਲਦੇ ਆ। ਮੈਂ ਇੱਕ ਸ਼ਾਰਟ ਦੇ ਵਿੱਚ ਤੁਹਾਨੂੰ ਦੱਸ ਦੇਵਾਂ, 4 ਕਨਸੈਪਟ ਤੁਹਾਡੇ ਅੱਗੇ ਰੱਖੇ ਆ ਜੋ ਅਸੀਂ ਸੁਣੇ ਆ। ਪਹਿਲਾ, ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ ਆਦਮ ਤੇ ਹਵਾ ਨੂੰ, ਤੁਸੀਂ ਫਲੋ, ਵਧੋ ਤੇ ਧਰਤੀ ਨੂੰ ਭਰ ਦਿਓ। ਉਹ ਪਰਮੇਸ਼ਵਰ ਦੇ ਕਨਸੈਪਟ ਤੋਂ ਫਿਰ ਬਾਹਰ ਹੋ ਗਏ। ਜਿੱਦਾਂ ਪਰਮੇਸ਼ਵਰ ਨੇ ਕਿਹਾ ਕਿ ਤੁਸੀਂ ਰਾਜ ਕਰੋ, ਤੁਸੀਂ ਇਹਨੂੰ ਆਪਣੇ ਵੱਸ ਦੇ ਵਿੱਚ ਕਰ ਲਓ। ਜੋ ਧਰਤੀ ਦੇ ਉੱਪਰ ਜੋ ਵੀ ਸਿਚੁਏਸ਼ਨਸ ਹੋ ਗਈਆਂ, ਜੋ ਵੀ ਕੁਝ ਚੱਲੇਗਾ ਅੱਗੇ, ਉਹਦੇ ਉੱਪਰ ਤੁਸੀਂ ਰਾਜ ਕਰਨਾ, ਤੁਸੀਂ ਉਹਨੂੰ ਆਪਣੇ ਵੱਸ ਦੇ ਵਿੱਚ ਕਰਨਾ। ਪਰ ਉਹ ਨਹੀਂ ਕਰ ਪਾਏ। ਫਿਰ ਪਰਮੇਸ਼ਵਰ ਨੇ ਪਾਣੀ ਦੇ ਦੁਆਰਾ ਉਹ ਸਾਰਾ ਮਲੀਆ ਮੇਟ ਕਰਤਾ, ਖਤਮ ਕਰ ਦਿੱਤਾ। ਫਿਰ ਹੁਣ ਤੀਸਰੀ ਵਾਰ ਪਰਮੇਸ਼ਵਰ ਨੇ ਦੁਬਾਰਾ ਨੂਹ ਤੋਂ ਫਿਰ ਲੋਕ ਪੈਦਾ ਕੀਤੇ, ਲੋਕ ਚਲਾਏ, ਔਰ ਫਿਰ ਪਰਮੇਸ਼ਵਰ ਨੇ ਇਹ ਆਸ਼ੀਸ਼ ਦਿੱਤੀ, ਫਲੋ, ਵਧੋ, ਧਰਤੀ ਨੂੰ ਭਰ ਦਿਓ। ਫਿਰ ਇਹੀ ਕਨਸੈਪਟ ਕਿ ਤੁਹਾਡੇ ਤੋਂ ਡਰਨੇ ਚਾਹੀਦੀ ਹੈ। ਧਰਤੀ ਦੇ ਉੱਪਰ ਜੋ ਕੁਝ ਵੀ ਹੈਗਾ, ਇਨਸਾਨ ਤੋਂ ਡਰੂਗਾ ਉਹ, ਔਰ ਉਹਨੂੰ ਤੁਸੀਂ ਆਪਣੇ ਵੱਸ ਦੇ ਵਿੱਚ ਕਰਨਾ, ਉਹਦੇ ਉੱਪਰ ਤੁਸੀਂ ਰਾਜ ਕਰਨਾ ਆ। ਇਹ ਤੀਸਰੀ ਵਾਰ ਇਹ ਕਨਸੈਪਟ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ, ਬਰਕਤ ਤੁਹਾਡੇ ਉੱਪਰ ਰੱਖ ਦਿੱਤੀ। ਹੁਣ ਚੌਥੀ ਵਾਰ ਰਿਜ਼ਲਟ ਕੀ ਆ? ਜਿਹੜੇ ਧਰਮੀ ਆ ਉਹ ਸਵਰਗ ਦੇ ਵਿੱਚ, ਜਿਹੜੇ ਪਾਪੀ ਆ ਉਹ ਨਰਕ ਦੇ ਵਿੱਚ। ਫਿਰ ਇਹ ਖਤਮ ਹੋਣੀ ਆ ਦੁਨੀਆ, ਫਿਰ ਖਤਮ ਹੋਣੀ ਆ, ਪਰ ਇਸ ਵਾਰ ਅੱਗ ਦੇ ਨਾਲ ਹੋਣੀ ਆ। ਇਸ ਕਰਕੇ ਗੱਲਾਂ ਦੇ ਉੱਪਰ ਧਿਆਨ ਦਿਓ, ਖੁਦਾਵੰਦ ਦੇ ਵਚਨ ਦੇ ਉੱਪਰ ਧਿਆਨ ਦਿਓ, ਪ੍ਰਾਰਥਨਾ ਕਰੋ, ਬਾਈਬਲ ਪੜ੍ਹੋ, ਉਹਦੇ ਅਨੁਸਾਰ ਚੱਲੋ, ਤਾਂ ਜੋ ਪਰਮੇਸ਼ਵਰ ਦੇ ਹਜ਼ੂਰ ਤੁਹਾਡੀ ਜ਼ਿੰਦਗੀਆਂ ਦੇ ਪ੍ਰਤੀ ਸੁੱਖ ਦੇ ਦੇਣਾ ਚਾਹ। ਬੋਲੋ ਆਮੀਨ, ਹਾਲੇਲੂਇਆ। ਮੇ ਗॉड ਬlesਸ। ਮੈਂ ਪਾਸਟਰ ਆਕਸਿਨ ਸੈਮੂਅਲ ਖੁਦਾਵੰਦ ਯਿਸੂ ਮਸੀਹ ਦੇ ਨਾਮ 'ਚ ਤੁਹਾਨੂੰ ਸ਼ਾਂਤੀ ਭੇਜਦਾ ਹਾਂ। ਕਬੂਲ ਕਰੋ, ਆਮੀਨ।